ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। राम मोको हर जन कारे लाइए, हाँ पानी पखा पीसों संत आगे, हाँ पानी पखा पीसों संत आगे, पग मल मल तूर मुख लाइए, हो पानी पखा पीसो संत आगे, पग मल मल तूर मुख लाइए, पाग ठिड़े हर संत तुम्हारे, जिन कर तम हर नामा, परवान गणी से आए, सफल तिना के काम, हर जन वडे वडे हर जन वडे 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 ऊंचे, जो सतगुर मेल मिलाइए, हाँ सतगुर जे वड अवर ना कोई, मिल सतगुर पुरख ते आइए, आस प्यासी फिर के ताई, जो चात्रिक बूंदे, कहो नानक जियड़ा बलिहारी, देहो दरस प्रभ मेरे, धन गुरु नानक, ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਜਪ ਆਦਿ ਸਚ ਜੁਗਾਦਿ ਸਚ
ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਾਰਿਆਂ ਤੋਂ ਉੱਤਮ ਹਰੀ ਦੀ ਕਥਾ ਹੈ। ਨਾਮ ਸੁਨਤ ਦਰਦ ਦੁਖ ਲੱਥਾ। ਕਥਾ ਕੀਰਤਨ ਸੁਖਦਾਈ, ਇਹ ਸੁਖ ਦੇਣ ਵਾਲਾ ਹੈ। ਬਾਬਾ ਜੀ ਦਾ ਸਥਾਨ ਹੈ। ਬਹੁਤ ਮਹਾਂਪੁਰਸ਼ ਜਿਹੜੇ ਹਾਜ਼ਰੀਆਂ ਭਰ ਕੇ ਜਾ ਰਹੇ ਨੇ। ਬੜੀ ਸ਼ਰਧਾ ਤੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਮਹਾਂਪੁਰਖ ਆਉਂਦੇ ਆ। ਤੇ ਆਪਣੇ ਇੱਥੇ ਦੀਵਾਨ 'ਚ ਸੰਗਤ ਘੱਟ ਹੁੰਦੀ ਏ, ਸੰਗਤ ਆਰਾਮ ਕਰਨ ਲੱਗ ਜਾਂਦੀ, ਜਾਂ ਇੱਧਰ ਉੱਧਰ ਕਮਰਿਆਂ 'ਚ ਬਾਹਰ ਬੈਠੇ ਹੁੰਦੇ ਆ। ਸਾਰੇ ਪਹਿਰੇਦਾਰਾਂ ਨੂੰ ਬੇਨਤੀ ਹੈ, ਆਰਾਮ ਵੀ ਜ਼ਰੂਰੀ ਹੈ, ਪਰ ਜ਼ਿਆਦਾਤਰ ਦਿਨੇ ਆਰਾਮ ਕਰੋ। ਜਦੋਂ ਮਹਾਂਪੁਰਸ਼ ਸਮਾਂ ਲਾਉਂਦੇ ਸਾਰੇ, ਉਦੋਂ ਜ਼ਰੂਰ ਭਰਿਆ ਦੀਵਾਨ ਹੋਣਾ ਚਾਹੀਦਾ। ਸਾਰੇ ਪੂਰੀ ਸੰਗਤ ਭਰੀ ਹੋਵੇ। ਬਹੁਤ ਸਮੇਂ ਤੋਂ ਰਹਿਣ ਸਮਾਈਆਂ ਚੱਲ ਰਹੀਆਂ ਨੇ, ਹੁਣ ਤੁਸੀਂ ਸਾਡਾ ਭੇਦ ਪਾ ਗਏ ਜੀ। ਇਸ ਕਰਕੇ ਜਦੋਂ ਹੀ ਸਮਾਂ ਲਾਉਣਾ ਦਾ, ਉਦੋਂ ਪਹਿਲੋਂ ਥੋੜਾ ਚਿਰ ਪਹਿਲੋਂ ਬਹਿ ਜਾਂਦੀਆਂ ਸੰਗਤਾਂ ਆਣ ਕੇ। ਬਾਕੀ ਮਹਾਂਪੁਰਸ਼ਾਂ ਵੇਲੇ ਘੱਟ ਸੰਗਤ ਹੁੰਦੀ, ਤੇ ਜ਼ਰੂਰੀ ਕਿਰਪਾ ਕਰੋ। 3 ਰਹਿਣ ਸਮਾਈਆਂ ਜਿਹੜੀਆਂ ਬਾਬਾ ਜੀ ਦੀ ਬਰਸੀ ਦੀਆਂ ਰਹਿ ਗਈਆਂ ਨੇ, 4, 5 ਤੇ 6 ਰਾਤ ਦੀ। ਕੋਈ ਕਥਾ ਕੀਰਤਨ ਤੋਂ ਉੱਪਰ ਕੋਈ ਕੰਮ ਨਹੀਂ, ਇੰਨੀਆਂ ਜ਼ਰੂਰੀ ਨਹੀਂ। ਕੋਈ ਬਹੁਤੀਆਂ ਸੇਵਾ ਜਿਹੜੀਆਂ ਦਿਨੇ ਆਪਾਂ ਕਰਦੇ ਹਾਂ, ਸੰਗਤ ਰਹਿਣ ਸਮਾਈ ਤੋਂ ਬਾਅਦ ਪਹਿਲੋਂ ਆਪਣਾ ਆਰਾਮ ਕਰ ਲਵੇ। ਚੰਗੀ ਤਰ੍ਹਾਂ ਜਦੋਂ ਤੁਹਾਡੀ ਨੀਂਦਰ ਪੂਰੀ ਹੋ ਜਾਏ, ਫਿਰ ਉੱਠ ਕੇ ਜਿਹੜੀ ਵੀ ਸੇਵਾ ਕਰਨੀ ਕਰ ਲਓ। ਥੋੜਾ ਸਮਾਂ ਸੰਗਤਾਂ ਜਿਹੜੇ 2-3 ਦਿਨ ਨੇ, ਜ਼ਰੂਰ ਬੇਨਤੀ ਪ੍ਰਵਾਨ ਕਰਿਓ। ਮਹਾਂਪੁਰਸ਼ਾਂ ਨੂੰ, ਸੰਗਤ ਨੂੰ ਉਤਸ਼ਾਹ ਹੁੰਦਾ ਹੈ। ਸਾਨੂੰ ਵੀ ਪਤਾ ਕਿ ਰੋਜ਼ ਦੀਆਂ ਹੁਣ ਸੰਗਤਾਂ ਜਿਹੜੀਆਂ 12-1 ਵਜੇ ਆਉਣਾ, ਉਹਨਾਂ ਨੇ 5-5:30 ਵਜੇ ਜਾਣਾ ਹੈ ਸੁਖਮਨੀ ਤੋਂ ਬਾਅਦ, ਤੇ ਦਿਨੇ ਆਰਾਮ ਕਰਕੇ ਰਾਤ ਦਾ ਜ਼ਰੂਰ ਸੰਗਤਾਂ, ਸ਼ਾਮ ਦਾ ਜਦੋਂ ਮਹਾਂਪੁਰਸ਼ ਆਉਣ
ਉਦੋਂ ਸਾਰੇ ਜ਼ਰੂਰ ਸੰਗਤ ਵਿੱਚ ਆਣ ਕੇ ਬੈਠਿਆ ਕਰੋ। ਵਿੱਚੋਂ ਵਿੱਚ ਥੋੜਾ ਬਹੁਤਾ ਜਿਨ੍ਹਾਂ ਨੂੰ ਬਹੁਤਾ ਜ਼ਰੂਰੀ ਹੈ, ਕਈ ਆਰਾਮ ਕਰਕੇ ਇਸ਼ਨਾਨ ਕਰਕੇ ਸੰਗਤ ਵਿੱਚ ਆਉਂਦੇ ਆ। ਕਿਵੇਂ ਵੀ ਆਪਾਂ ਗੁਰੂ ਦੇ ਚਰਨਾਂ 'ਚ ਆਏ ਆ। ਬਾਬਾ ਜੀ ਕੋਲ ਆਪਣੀਆਂ ਹਾਜ਼ਰੀਆਂ ਪ੍ਰਵਾਨ ਨੇ। ਵੱਡੇ ਭਾਗਾਂ ਨਾਲ ਆਪਾਂ ਇੱਥੇ ਸੰਗਤ ਵਿੱਚ ਆਏ ਹਾਂ। ਬੜ ਭਾਗੀ ਹਰ ਸੰਗਤ ਪਾਵੇ। ਕਹਿੰਦੇ ਜੇ ਮੇਰੇ ਆ ਰੱਬਾ ਕਿਤੇ ਮੇਰੇ ਬਹੁਤ ਵੱਡੇ ਭਾਗ ਹੋਣ, ਬਹੁਤ ਵੱਡੇ ਭਾਗ ਹੋਣ, ਤੇ ਫਿਰ ਮੈਂ ਰਾਜ ਨਾ ਮੰਗਾ, ਵਡਿਆਈਆਂ ਨਾ ਮੰਗਾ ਕਿ ਮੇਰੇ ਵੱਡੇ ਭਾਗ ਮੈਨੂੰ ਰਾਜ ਭਾਗ ਦੇ ਦੇ, ਬਾਦਸ਼ਾਹੀਆਂ ਦੇ ਦੇ, ਵਡਿਆਈਆਂ ਦੇ ਦੇ, ਧਨ ਦੇ ਦੇ। ਕਹਿੰਦੇ ਜੇ ਵੱਡੇ ਭਾਗ ਹੋਣ ਮੇਰੇ ਤੇ ਫਿਰ ਮੈਨੂੰ ਸਾਧੂ ਦੀ ਸੰਗਤ ਦੇ ਦੇ। ਆਖੋ ਸੀ ਜੇ ਵੱਡ ਭਾਗ ਹੋਣ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ। ਕਹਿੰਦੇ ਫਿਰ ਮਹਾਂਪੁਰਸ਼ਾਂ ਨੂੰ ਮਿਲਦਿਆਂ ਢਿੱਲ ਨਾ ਕਰੀਏ। ਉੱਚੋ ਵਾਲਿਆਂ ਨੇ ਬਚਨ ਕੀਤਾ, ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਇੰਨਾ ਪਿਆਰ ਹੈ ਗੁਰੂ ਨਾਨਕ ਸਾਹਿਬ ਨਾਲ, ਜੋ ਤਾਂ ਹੋਈ ਹੈ ਪੁੱਛੋ ਵਾਲੀ, ਕੋਈ ਫਰਕ ਨਹੀਂ ਹੁੰਦਾ। ਕਹਿੰਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ, ਇਹਨਾਂ ਦਾ ਜਾਮਾ ਸੀ ਸ਼ੇਖ ਇਬਰਾਹਿਮ ਦਾ, ਬਾਬੇ ਫਰੀਦ ਦੀ ਕੁੱਲ ਵਿੱਚ। ਕਹਿੰਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਆਇਆ ਨਾ, ਇਹਨਾਂ ਨੇ ਕਿਹਾ ਵੀ ਪਤਾ ਨਹੀਂ ਗੁਰੂ ਨਾਨਕ ਸਾਹਿਬ ਕਿਤੇ ਗਾਂਹ ਨਾ ਚਲੇ ਜਾਣ ਤੇ ਮੈਂ ਕਿਤੇ ਲੇਟ ਨਾ ਹੋ ਜਾ। ਜਿਹੜੀ ਕਰਾਮਾਤ ਨੂੰ ਫਕੀਰਾਂ ਨੇ ਕਹਿ ਰੱਖਿਆ ਇਹਨਾਂ ਕਿ ਕਰਾਮਾਤ ਨਹੀਂ ਦਿਖਾਉਣੀ। ਕਹਿੰਦੇ ਉਸ ਸਮੇਂ ਸ਼ੇਖ ਇਬਰਾਹਿਮ ਜੀ ਦੇ ਜਾਮੇ ਵਿੱਚ ਸਨ ਬਾਬਾ ਆਨੰਦ ਸਿੰਘ ਜੀ। ਇਹਨਾਂ ਨੇ ਕੰਧ ਹੀ ਪੁਜਾਰੀ ਸੀ, ਕੰਧ ਨੂੰ ਹੀ ਲਗਾਮਾਂ ਪਾ ਲਈਆਂ ਸੀ, ਚੱਲ ਕਿਤੇ ਗੁਰੂ ਨਾਨਕ ਸਾਹਿਬ ਕਿਤੇ ਨਿਕਲ ਨਾ ਜਾਣ, ਜਨ ਮਿਲਦਿਆਂ ਢਿੱਲ ਨਾ ਲਾਈਏ। ਮਹਾਂਪੁਰਸ਼ ਆਏ ਨੇ ਕਿਤੇ ਢਿੱਲ ਨਾ ਕਰ ਬੈਠੀਏ। ਤੇ ਫਿਰ ਰੱਬ ਆਇਆ, ਰੱਬ ਆਇਆ ਜਨ ਮਿਲਦਿਆਂ ਢਿੱਲ ਨਾ ਲਾਈਏ। ਤੇ ਜਨ ਹੈਗੇ ਕੀ ਚੀਜ਼ ਨੇ? ਉਹ ਕਹਿੰਦੇ ਅੰਮ੍ਰਿਤ ਦੇ ਸਰੋਵਰ ਨੇ, ਕੁੰਡ ਨੇ ਅੰਮ੍ਰਿਤ ਦੇ। ਮਹਾਂਪੁਰਖ ਜਿਹੜੇ ਆ ਨਾ, ਉਹ ਅੰਮ੍ਰਿਤ ਦੇ ਸਰੋਵਰ ਨੇ, ਜਿਹਨੂੰ ਸੁਰ ਨਰ ਮੁਣ ਜਾਣੇ ਅੰਮ੍ਰਿਤ ਲੋਚਦੇ। ਅੰਮ੍ਰਿਤ ਨਹੀਂ ਮਿਲਿਆ ਦੇਵਤਿਆਂ ਨੂੰ, ਮਨੁੱਖਾਂ ਨੂੰ, ਮੁਨੀਆਂ ਨੂੰ, ਪਿਆਸਿਆਂ ਨੂੰ। ਕਹਿੰਦੇ ਅੰਮ੍ਰਿਤ ਨਹੀਂ ਕਈਆਂ ਨੂੰ ਲੱਭਿਆ, ਉਹ ਲੋਚਦੇ ਹੀ ਚਲੇ ਗਏ। ਹੁਣ ਅਸੀਂ ਪੂਰੇ ਲੋਚੀਏ ਕਿ ਸਾਡੇ ਮਨ ਜੁੜਨ, ਸਾਨੂੰ ਕੀਰਤਨ ਬਾਣੀ ਨਾਮ ਦਾ ਰਸ ਆਵੇ, ਜ਼ਿੰਦਗੀ ਦਾ ਜੀਵਨ ਦਾ ਆਨੰਦ ਆਵੇ। ਇਹ ਅੰਮ੍ਰਿਤ ਹੈ। ਅੰਮ੍ਰਿਤ ਜੀਵਨ, ਅੰਮ੍ਰਿਤ ਬਾਣੀ, ਅੰਮ੍ਰਿਤ ਸੰਗਤ, ਅੰਮ੍ਰਿਤ ਬਚਨ, ਅੰਮ੍ਰਿਤ ਦਰਸ਼ਨ। ਲੋਚਦੇ ਹੀ ਚਲੇ ਜਾਂਦੇ ਆ, ਮਿਲਦਾ ਹੀ ਨਹੀਂ ਸਾਰੀ ਜ਼ਿੰਦਗੀ। ਆਖੋ ਲੋਚਦੇ ਚਲੇ ਗਏ। ਕਿ ਗੁਰੂ ਕਿਰਪਾ ਕਰੇ, ਮੈਨੂੰ ਐਸਾ ਅੰਮ੍ਰਿਤ ਬਖਸ਼
ਜਿਹੜਾ ਬਾਣੀ ਦਾ ਰਸ ਆਵੇ, ਸੇਵਾ ਕਰਨ ਦਾ ਰਸ ਆਵੇ, ਗੁਰੂ ਘਰ ਦਾ ਆਨੰਦ ਆਵੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਨਾਮ ਦਾ ਹੀ ਨਸ਼ਾ ਚੜਿਆ ਰਿਹਾ, ਇਹਨੂੰ ਲੋਚਦੇ ਚਲੇ ਗਏ। ਸੁਰ ਨਰ ਮੁੰਜਣ ਅੰਮ੍ਰਿਤ ਲੋਚਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਬਾਬਾ ਜੀ ਮਹਾਨਾਮ ਸਿੰਘ ਜੀ ਇੱਥੇ ਬੈਠੇ ਸੀ ਟਿੱਲੇ ਤੇ ਫਿਰ ਕੀ ਹੋ ਰਿਹਾ ਸੀ? ਉਸ ਕੀ ਹੋ ਰਿਹਾ ਸੀ? ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ, ਤੇ ਕੋਈ ਸਾਧੂ, ਕੋਈ ਸੰਨਿਆਸੀ, ਕੋਈ ਰਾਜਾ, ਕੋਈ ਪੰਡਤ, ਕੋਈ ਭਿਖਾਰੀ ਕਿਤੇ ਖਾਲੀ ਗਿਆ ਹੈ। बड़े बड़े रोगी बीमार भी जो इच्छा लेके आए पूरियां होइयां गुरु नानक दे दरबार। गुरु नानक दे दरबार अमृत, गुरु नानक दे दरबार अमृत बरस रहा। झिम झिम बरसे अमृत तारा, मन पीवे सुन शब्द विचारा। आनंद बलोद करे दिन राती, सदा सदा
ਹਰ ਕੇਲਾ ਜੀਓ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਪੀਤੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਪੀਤੇ ਨੇ ਪਾਵਾਂ ਵਾਲੀ ਅੰਮ੍ਰਿਤ ਵਰਸ ਰਿਹਾ। ਜੀ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਪੀਤੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਪੀਤੇ ਨੇ ਪਾਵਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕਹਿੰਦੇ ਗੁਰੂ ਰਾਮਦਾਸ ਦਾ ਦਰਬਾਰ ਅੰਮ੍ਰਿਤਸਰ। ਗੁਰਗੱਦੀ ਮਿਲੀ ਗੁਰੂ ਅਰਜਨ ਸਾਹਿਬ ਜੀ ਨੂੰ। ਬਹੁਤ ਦੇਰ ਵਿਰੋਧਤਾ ਪਿਰਥੀਆ ਕਰਦਾ ਰਿਹਾ। ਉਹਦੀ ਕਿਸੇ ਗੱਲ 'ਚ ਦਾਲ ਨਾ ਗਲੀ। ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਜਿੰਨੇ ਵੀ ਸੇਵਕ ਨੇ ਸਾਰੇ ਰਸੇ ਹੋਏ ਆ, ਤੇ ਜਿਹੜੇ ਪਿਰਥੀਏ ਕੋਲ ਨੇ ਸੇਵਕ ਉਹ ਫਿੱਕੇ ਨੇ। ਪਿਰਥੀਏ ਨੇ ਕਿਹਾ ਮੈਂ ਅੰਮ੍ਰਿਤਸਰ ਵਰਗਾ ਬਣਾ ਕੇ ਦਿਖਾਵਾਂ। ਸੰਗੀਆਂ ਵੱਲੋਂ ਸੰਗਤਾਂ ਵੱਲੋਂ ਮਾਇਆ ਆ ਰਹੀ ਸੀ, ਜਾ ਜਾ ਕੇ ਲੈ ਕੇ ਆ ਰਹੇ ਸਨ। ਗੁਰੂ ਰਾਮਦਾਸ ਜੀ ਵੇਲੇ ਸੰਗਤਾਂ ਨਾਲ ਬੜਾ ਪਿਆਰ ਪਿਆ। ਉਸ ਸਮੇਂ ਮੁਖੀ ਸੀ, ਸਭ ਕੰਮਕਾਰ ਸੰਭਾਲਦਾ ਸੀ। ਕੋਈ ਡਰਦਾ ਹੋਇਆ ਮਾਇਆ ਦਿੰਦਾ ਪਿਰਥੀਆ ਸਰਾਪ ਬਣਾ ਦਿੱਤਾ, ਗੁਰੂ ਕਾ ਪੁੱਤਰ ਹੈ। ਪਰ ਸੰਗਤਾਂ ਨੂੰ ਜੋ ਰਸ ਜੋ ਆਨੰਦ ਗੁਰੂ ਅਰਜਨ ਸਾਹਿਬ ਕੋਲੋਂ ਮਿਲਦਾ ਹੈ ਉਹ ਪਿਰਥੀਏ ਤੋਂ ਨਹੀਂ ਮਿਲਦਾ। ਪਿਰਥੀਏ ਨੇ ਈਰਖਾ ਦੇ ਵਿੱਚ ਆ ਕੇ ਅੰਮ੍ਰਿਤਸਰ ਵਰਗਾ ਤੀਰਥ ਸ਼ੁਰੂ ਕਰਤਾ। ਪੱਠੇ ਲਾਏ, ਕਾਰ ਸੇਵਾ ਸ਼ੁਰੂ ਕੀਤੀ। ਉਸ ਸਮੇਂ ਦਾ ਦ੍ਰਿਸ਼ ਭਾਈ ਸੰਤੋਖ ਸਿੰਘ ਜੀ ਨੇ ਦਿੱਤਾ ਹੈ, ਸੂਰਜ ਪ੍ਰਕਾਸ਼। ਕਹਿੰਦੇ ਨੇ ਇੱਧਰ ਵੀ ਕਾਰ ਸੇਵਾ ਹੋ ਰਹੀ, ਉੱਧਰ ਵੀ ਕਾਰ ਸੇਵਾ। ਇੱਧਰ ਵੀ ਦਰਬਾਰ ਤੀਰਥ ਬਣ ਰਿਹਾ ਹੈ ਅੰਮ੍ਰਿਤਸਰ, ਉੱਧਰ ਵੀ ਬਣ ਰਿਹਾ ਹੈ। ਇੱਧਰ ਵੀ ਮਜ਼ਦੂਰ ਸੇਵਾਦਾਰ ਲੱਗੇ ਨੇ, ਉੱਥੇ ਵੀ ਲੱਗੇ ਹੋਏ ਆ। ਪਰ ਕਹਿੰਦੇ ਜਿਹੜਾ ਗੁਰੂ ਅਰਜਨ ਸਾਹਿਬ ਦੇ ਇੱਥੇ ਗੁਰੂ ਰਾਮਦਾਸ ਦੇ ਆਨੰਦ ਆਉਂਦਾ ਹੈ ਨਾ, ਉਹ ਉੱਥੇ ਆਨੰਦ ਨਹੀਂ ਹੈਗਾ। ਆਖੋ ਸਾਰੇ ਫਿੱਕੇ ਫਿੱਕੇ ਬੱਧੇ ਬੁੱਧੇ ਕੰਮ ਕਰਦੇ ਲੱਗਦੇ ਆ, ਪਰ ਕਿਸੇ ਵਿੱਚ ਰਸ ਨਹੀਂ ਹੈ, ਆਨੰਦ ਨਹੀਂ ਹੈਗਾ। ਇਹ ਹੈ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਈਰਖਾ ਨਾਲ ਜਿੱਦ ਨਾਲ ਕੋਈ ਵੀ ਕਰ ਸਕਦਾ ਹੈ, ਪਰ ਜਿਹੜਾ ਅੰਮ੍ਰਿਤ ਹੈ ਉਹ ਗੁਰੂ ਨਾਨਕ ਦੇ ਘਰ ਵਿੱਚ ਵਸਦਾ। ਬਾਬਾ ਜੀ ਬਾਬਾ ਮਾਹਰ ਨਾਮ ਸਿੰਘ ਜੀ ਮਹਾਰਾਜ ਦੇ ਕੋਲ ਰਾਣੀ ਵਾਲੀ ਸੋਟੀ ਸੀ। ਜਿੰਨੇ ਆਉਣਾ ਬਾਬਾ ਜੀ ਨੇ ਕਹਿਣਾ ਭਾਈ ਇਹ ਸੋਟੀ ਨਾਲ ਲੰਮੀ ਪਾ ਦਿਓ, ਉਹਦੀ ਬਿਮਾਰੀ ਖਤਮ ਹੋ ਜਾਣੀ। ਰਾਣੀ ਵਾਲੀ ਸੋਟੀ ਇਹਦੇ ਨਾਲ ਲੰਮੀ ਪਾ ਦਿਓ, ਉਹਨੂੰ ਲੰਮੇ ਪਾਉਣਾ, ਸੋਟੀ ਰੱਖਣੀ ਨਾਲ, ਉਹਦੀ ਬਿਮਾਰੀ ਖਤਮ। ਬਾਬਾ ਜੀ ਦਰਗਾਹ ਨੂੰ ਚਲੇ ਗਏ। ਪਿੱਛੇ ਸੰਤ ਨਰੈਣ ਸਿੰਘਾਂ ਤੋਂ ਬਾਅਦ ਕੋਈ ਸੰਤ ਆਏ, ਬਾਬਾ ਈਸ਼ਰ ਸਿੰਘ ਜੀ। ਉਹਨਾਂ ਦੇ ਬਾਬਾ ਈਸ਼ਰ ਸਿੰਘ ਜੀ ਦੇ ਸਮੇਂ ਇਹ ਸੋਟੀ ਉਹਨਾਂ ਦੇ ਕੋਈ ਰਿਸ਼ਤੇਦਾਰ ਚੋਰੀ ਕਰਕੇ ਲੈ ਗਏ। ਕੋਈ ਸੰਤ ਇੱਥੋਂ ਸੋਟੀ ਚੋਰੀ ਕਰਕੇ ਲੈ ਗਏ। ਜਦੋਂ ਉਹਨਾਂ ਕੋਲ ਸੰਗਤਾਂ ਆਉਣੀਆਂ, ਉਹਨਾਂ ਨੇ ਕਹਿਣਾ ਰਾਣੀ ਵਾਲੀ ਸੋਟੀ ਪਾਓ ਨਾਲ,
ਪਤਾ ਲੱਗਿਆ ਵੀ ਰਾਣੀ ਵਾਲੀ ਸੋਟੀ ਉਹਨਾਂ ਕੋਲੇ, ਲੋਕ ਉੱਥੇ ਜਾਣ ਲੱਗ ਪਏ। ਉਹ ਜਿੰਦੇ ਨਾਲ ਸੋਟੀ ਰਾਣੀ ਵਾਲੀ ਪਾਉਣ, ਉਹਦਾ ਦੂਣੀ ਬਿਮਾਰੀ ਹੋ ਜੇ, ਕਈ ਦਾ ਪਾਰ ਵੀ ਲੰਘ ਗਏ। ਉਹਨਾਂ ਦੇਖਿਆ ਵੀ ਇਹ ਤਾਂ ਸੋਟੀ ਦੇ ਵਿੱਚ ਕਲਾ ਨਹੀਂ ਕੋਈ ਵੀ ਰਹੀ, ਇਹ ਤਾਂ ਬਾਬੇ ਮਾਹਰ ਨਾਮ ਸਿੰਘ ਦੀ ਕਲਾ ਸੀ, ਉਹਨਾਂ ਦੇ ਬਚਨ ਚੱਲਦੇ ਸੀ। ਫਿਰ ਉਹ ਨਾਲੇ ਸੋਟੀ ਵਾਪਸ ਕਰਕੇ ਗਏ, ਨਾਲੇ ਪਾਠ ਕਰਾ ਕੇ ਮਾਫੀਆਂ ਮੰਗ ਕੇ ਗਏ। ਉਹ ਸੋਟੀ ਬਾਬਾ ਜੀ ਦੇ ਪਲੰਗ ਤੇ ਪਈ ਹੋਈ ਅੰਦਰ, ਭਾਵ ਉਹਨਾਂ ਨੇ ਵੀ ਹੁਕਮ ਚਲਾਉਣਾ ਸ਼ੁਰੂ ਕੀਤਾ, ਸੋਟੀ ਵਰਤਣੀ ਸ਼ੁਰੂ ਕੀਤੀ, ਪਰ ਉਸ ਸੋਟੀ ਦੇ ਵਿੱਚ ਕੁਝ ਰਿਹਾ ਨਾ। ਆਖੋ ਸ੍ਰੀ ਵਾਹਿਗੁਰੂ। ਜਿੱਥੇ ਗੁਰੂ ਨਾਨਕ ਦਾ ਅੰਮ੍ਰਿਤ ਵਰਸੇ, ਉੱਥੇ ਤਾਂ ਹਰ ਇੱਕ ਦੀ ਪਿਆਸ ਤ੍ਰਿਪਤ ਹੁੰਦਾ ਹੈ। ਜਿੱਥੇ ਨਹੀਂ ਅੰਮ੍ਰਿਤ ਵਰਸਦਾ, ਉੱਥੇ ਫਿਰ ਟੱਕਰਾਂ ਮਾਰਦੇ ਆ, ਵਕਤ ਪਾਸ ਕਰਦੇ ਆ। ਇਹ ਤਾਂ ਗੁਰੂ ਨਾਨਕ ਦੇ ਘਰ ਦੀਆਂ ਕਰਾਮਾਤਾਂ। ਬਾਬਾ ਜੀ ਨੇ ਫਿਰ ਉਸ ਤੋਂ ਬਾਅਦ ਉਹ ਸੋਟੀ ਵਰਤੀ ਨਹੀਂ ਇੱਥੇ, ਉਹਨੂੰ ਉਵੇਂ ਹੀ ਰੱਖਿਆ ਬਿਰਾਜਮਾਨ ਕਿ ਸੋਟੀ ਨਹੀਂ ਕਰਾਮਾਤੀ, ਕਰਾਮਾਤ ਤਾਂ ਮਹਾਂਪੁਰਖਾਂ ਦੇ ਬਚਨ ਸੀ, ਉਹਨਾਂ ਦੇ ਬਚਨ ਸੀ। ਜੇ ਪਿਰਥੀਏ ਨੇ ਬਰਾਬਰ ਦੀ ਸੇਵਾ ਸ਼ੁਰੂ ਕਰਤੀ, ਬਰਾਬਰ ਦੇ ਕੰਮ ਸ਼ੁਰੂ ਕਰਤੇ, ਸਭ ਕੁਝ ਉਵੇਂ ਹੀ ਹੋਣ ਲੱਗਾ। ਪਰ ਇੱਧਰ ਰਸ ਏ, ਉਧਰ ਰਸ ਨਹੀਂ। ਅੰਮ੍ਰਿਤ ਤਾਂ ਵਰਸੇਗਾ ਗੁਰੂ ਨਾਨਕ ਦੇ ਘਰ ਵਿੱਚ। ਜੋ ਪ੍ਰਿਆ ਬੋਲੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਠੀਸ। ਕਹਿੰਦੇ ਹੰਸਾ ਵੇਖ ਤਰੰਦਿਆਂ ਬੱਗਾ ਪੀ ਆਇਆ ਚਾਓ, ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਬਗਲੇ ਨੇ ਕਿਹਾ ਮੇਰੇ ਵਰਗੇ ਹੀ ਨੇ, ਜਿੰਨੀ ਕੁ ਧੌਣ ਲੰਮੀ ਮੇਰੀ ਇਹਨਾਂ ਦੀ, ਓਨੀ ਮੇਰੀ ਵੀ ਹੈਗੀ ਏ। ਜਿਹੋ ਜਿਹਾ ਸਰੀਰ ਇਹਨਾਂ ਦਾ, ਮੇਰਾ ਵੀ ਹੈਗਾ ਹੈ। ਤੇ ਬਗਲਾ ਤਾਂ ਕਿਨਾਰੇ ਦੀ ਮਾਰ ਮਾਰਨੀ ਜਾਣਦਾ ਏ, ਵਿੱਚ ਨਹੀਂ ਵੜ ਸਕਦਾ। ਉਹ ਤਾਂ ਕਿਨਾਰੇ ਤੇ ਬੈਠਾ ਹੀ ਮਾਰ ਮਾਰਦਾ ਹੈ। ਹੰਸ ਤਾਰੀਆਂ ਲਾਉਂਦੇ ਸੀ, ਬਗਲਾ ਕਹਿੰਦਾ ਵੀ ਆਪਾਂ ਵੀ ਲਾਈਏ ਤਾਰੀਆਂ। ਕਹਿੰਦੇ ਜਦੋਂ ਬਗਲਾ ਤਾਰੀਆਂ ਲਾਉਣ ਲੱਗਿਆ ਤੇ ਪੁੱਠਾ ਹੋ ਗਿਆ, ਸਿਰ ਥੱਲੇ ਤੇ ਪੈਰ ਉੱਤੇ ਹੋ ਗਏ। ਸਿਰ ਤਲ ਉੱਪਰ ਪਾਓ, ਹੰਸਾ ਵੇਖ ਤਰੰਦਿਆਂ ਬੱਗਾ ਪੀ ਆਇਆ ਜਾ। ਇਹ ਰੀਸਾਂ ਨਹੀਂ ਹੋ ਸਕਦੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇ ਦਰ ਖੜੀਆਂ। ਬਾਬਾ ਜੀ ਦੇ ਬਾਬਾ ਨੰਦ ਸਿੰਘ ਜੀ ਮਹਾਰਾਜ ਸਾਰੀ ਰਾਤ ਖੜ ਕੇ ਤਪ ਕਰਦੇ ਸੀ, ਕੇਸ ਬੰਨ ਲੈਂਦੇ ਸੀ। ਸੇਵਾਦਾਰ ਬਾਬਾ ਜੀ ਦੀ ਹਜ਼ੂਰੀ ਵਿੱਚ ਖੜਦਾ ਸੀ ਭਗਵਾਨ ਦਾਸ। ਉਹ ਵੇਖਦਾ ਸੀ ਬਾਬਾ ਜੀ ਬੜੀ ਤਪੱਸਿਆ ਕਰਦੇ ਆ, ਇਹਨਾਂ 'ਚ ਬੜਾ ਸ਼ਕਤੀ, ਬੜਾ ਬਲ ਆ ਗਿਆ ਹੈ। ਬੜੇ ਬੋਲ ਬਾਬਾ ਜੀ ਦੇ ਪੂਰੇ ਹੁੰਦੇ ਆ। ਬਸ ਗੱਲ ਇਹੀ ਹੈ ਕਿ ਜਿਹੜੀ ਇਹ ਰਾਤ ਨੂੰ ਕੇਸ ਬੰਨ ਕੇ ਤਪ ਕਰਦੇ ਆ ਨਾ, ਸਾਰੀਆਂ ਕਰਾਮਾਤਾਂ ਉਹਦੇ ਵਿੱਚ ਹੀ। ਕਹਿੰਦੇ ਭਗਵਾਨ ਦਾਸਾ ਤੂੰ ਕੀ ਨਹੀਂ ਕਰ ਸਕਦਾ, ਤੂੰ ਵੀ ਆਪਣੇ ਕੇਸ ਬੰਨ ਕੇ ਭਗਤੀ ਕਰ, ਤੇ ਤੇਰੇ 'ਚ ਵੀ ਬਾਬਾ ਜੀ ਵਾਲੀਆਂ ਸ਼ਕਤੀਆਂ ਆ ਜਾਣਗੀਆਂ, ਲੋਕ ਮੰਨਣਗੇ। ਭਗਵਾਨ ਦਾਸ ਨੇ ਦਿਲ ਤਗੜਾ ਕੀਤਾ, ਜੰਗਲ 'ਚ ਚਲਾ ਗਿਆ। ਤੇ ਬੋਦੀ ਸੀ, ਸਿਰ ਤੇ ਬੋਦੀ ਸੀ, ਚੰਗੇ ਬਾਬਾ ਕੇਸ ਸੀ, ਥੋੜੇ ਨਹੀਂ ਸੀ। ਉਹ ਬੋਦੀ ਬੰਨ ਲਈ ਤਾਂ ਤੇ ਬਾਬੇ ਨੰਦ ਸਿੰਘ ਵਾਂਗੂ ਲੱਗਾ ਮਾਲਾ ਫੇਰਨ। ਬਾਬਾ ਜੀ ਤੋਂ ਪੁੱਛੋ ਵਾਲਿਆਂ ਨੇ ਪਹਿਲੋਂ ਨੀਂਦਰ ਜਿਤਾਈ ਸੀ, ਜਿੱਤੀ ਸੀ ਬਾਬਾ ਜੀ ਨੇ, ਪਰ ਭਗਵਾਨ ਦਾਸ ਨੇ ਨੀਂਦਰ ਜਿੱਤੀ ਨਹੀਂ ਹੋਈ ਸੀ।
ਨੀਂਦਰ ਆਪਣਾ ਝੂਟਾ ਮਾਰ ਹੀ ਗਈ ਰੋਕਦਿਆਂ ਰੋਕਦਿਆਂ, ਪਰ ਨੀਂਦਰ ਦਾ ਝੂਟਾ ਇਹੋ ਜਿਹਾ ਵੱਜਿਆ ਕਿ ਭਗਵਾਨ ਦਾ ਥੱਲੇ ਤੇ ਬੋਦੀ ਉੱਤੇ ਲਮਕਦੀ ਰਹਿ ਗਈ। ਸਾਰੀ ਬੋਦੀ ਪੱਟੀ ਗਈ ਤੇ ਕਹਿੰਦੇ ਸਿਰ ਚੋਂ ਖੂਨ ਵੀ ਨਿਕਲਿਆ। ਬੋਦੀ ਪਟਾ ਕੇ ਹੁਣ ਭਗਤੀ ਛੱਡ ਕੇ ਨਾ ਬਾਬਾ ਜੀ ਦੀ ਸੰਗਤ ਵਿੱਚ ਫਿਰ ਜਾ ਬੈਠਿਆ ਧੂੜੀ 'ਚ। ਆਖੋ ਜੀ, ਪਹਿਲੋਂ ਤਾਂ ਕਰਦਾ ਰਿਹਾ ਬਾਬਾ ਜੀ ਦੀਆਂ ਰੀਸਾਂ, ਤੇ ਜਦੋਂ ਫਿਰ ਬੋਦੀ ਪੱਟੀ ਗਈ ਫਿਰ ਉਹ ਧੂੜੀ 'ਚ ਉੱਥੇ ਜਾ ਕੇ ਫਿਰ ਬਹਿ ਗਏ। ਤੇ ਬਾਬਾ ਜੀ ਜਾਣੀ ਜਾਣ ਸੀ। ਬਾਬਾ ਜੀ ਨੂੰ ਪਤਾ ਸੀ ਕੀ ਹੋਇਆ ਭਗਵਾਨ ਦਾਸ ਨਾਲ। ਬਾਬਾ ਜੀ ਨੇ ਕਿਹਾ, ਭਗਵਾਨ ਦਾਸ ਭਗਤੀ ਪਈ ਕਰਿੰਦੀ ਹੈ ਤੇ ਬੋਧੀ ਪਈ ਪਟਿੰਦੀ ਹੈ। ਦੱਸਦੇ ਕਿਵੇਂ, ਸੰਗਤਾਂ ਨੂੰ ਦੱਸਦੇ ਕਿਵੇਂ ਕੀ ਹੋਇਆ। ਕਹਿਣ ਲੱਗਾ, ਸਾਧ ਸੰਗਤ ਜੀ ਮੈਂ ਬਾਬਾ ਜੀ ਦੀ ਰੀਸ ਨਾਲ ਭਗਤੀ ਕਰਨ ਲੱਗਿਆ ਸੀ, ਵੀ ਬਾਬਾ ਜੀ ਕੇਸ ਬਣ ਕੇ ਕਰਦੇ ਤੇ ਮੈਂ ਵੀ ਕਰਾਂ, ਤੇ ਮੇਰੀ ਵੇਖ ਲੋ ਆ ਬੋਦੀ ਜੀ ਸਾਰੀ ਪੱਟੀ ਗਈ ਹੈ। ਮਹਾਂਪੁਰਖਾਂ ਦੀ ਜਨਮਾਂ ਜਨਮਾਂ ਦੀ ਭਗਤੀ ਇਹ ਰੀਸਾਂ ਨਾਲ ਪ੍ਰਿਥੀ ਚੰਦ ਨੇ ਵੀ ਕੀਤੀਆਂ। ਗੁਰੂ ਤੇਗ ਬਹਾਦਰ ਜੀ ਮਹਾਰਾਜ ਵੇਲੇ 22 ਗੁਰੂ ਵੀ ਬਣ ਕੇ ਬਹਿ ਗਏ। ਵਰਸ ਆਪ ਹੀ ਦਿੰਦੇ, ਸਭ ਕੁਝ ਕਰਦੇ ਆ, ਪਰ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਕੋਈ ਅੰਮ੍ਰਿਤ ਵਰਸਦਾ ਹੈ। ਉਹਨਾਂ ਦੇ ਜਿਹੜੇ ਭੋਰੇ 'ਚ ਵੜੇ ਬੈਠੇ ਆ, ਉਹਨਾਂ ਨੂੰ ਸਿੱਖ ਬਾਹਰ ਸਮੁੰਦਰ 'ਚ ਯਾਦ ਕਰਦਾ ਤੇ ਉੱਥੇ ਮੋਢਾ ਲਾਇਆ ਜਾ ਕੇ। ਇਹਨਾਂ ਬਾਈਆਂ ਦੇ ਵਿੱਚ ਕੋਈ ਵੀ ਨਹੀਂ ਜਿਹੜਾ ਮੋਢਾ ਲਾਵੇ। ਗੁਰੂ ਨਾਨਕ ਦੇ ਦਰਬਾਰ, ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। मेरे कर्मा वाली अमृत बरस रहा, कोई भी मेरे पापा वाली अमृत बरस रहा। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। मेरे कर्मा वाली अमृत बरस रहा, कोई भी मेरे पापा वाली अमृत बरस रहा। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ। ਹਰ ਜਨ ਅੰਮ੍ਰਿਤ ਕੁੰਟ ਸਾਰੀ ਨੀਕੇ, ਜੀ ਹਰ ਜਨ ਅੰਮ੍ਰਿਤ ਕੁੰਟ ਸਾਰੀ ਨੀਕੇ। ਵੱਡ ਭਾਗੀ ਤਿਤ ਨਿਵਾਈਏ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। मेरे कर्मा वाली अमृत बरस रहा, कोई भी मेरे पापा वाली अमृत बरस रहा। ਪੂਰਾ ਸਾਚ ਪਿਆਲਾ ਸਹਜੇ, ਪੂਰਾ ਸਾਚ ਪਿਆਲਾ ਸਹਜੇ। ਤਿਸੇ ਪਿਆਏ ਜਾ ਕੋ ਨਜ਼ਰ ਕਰੇ। ਅੰਮ੍ਰਿਤ ਕੋ ਵਪਾਰੀ ਹੋਵੇ, क्या मधु से पहुँचरे। ਸ਼ਰਾਬ ਦੀ ਵਰਤੋਂ ਕਰਦੇ ਸੀ, ਮਦ ਪੀਂਦੇ ਸੀ ਸਿੱਧ ਕੇ ਕਿ ਮਦ ਦੇ ਸ਼ਰਾਬ ਦੇ ਨਸ਼ੇ ਨਾਲ ਸਰੂਰ ਚੜ ਜਾਂਦਾ ਹੈ। ਤਾਂ ਗੁਰੂ ਸਾਹਿਬ ਨੇ ਸਮਤ ਬਖਸ਼ੀ
ਕਹਿੰਦੇ ਇਹ ਸਾਰੇ ਨਸ਼ੇ ਜਿਹੜੇ ਤੁਸੀਂ ਵਰਤਦੇ ਜੇ ਨਾ, ਕੋਈ ਭੰਗ, ਕੋਈ ਸ਼ਰਾਬ, ਕੋਈ ਹੋਰ ਕਈ ਨਸ਼ੇ ਨੇ, ਇਹ ਸਾਰੇ ਉਤਰ ਜਾਂਦੇ। ਕਹਿੰਦੇ ਨਸ਼ਾ ਤਾਂ ਨਾਮ ਦਾ ਜਿਹੜਾ ਹਰ ਵੇਲੇ ਹੀ ਚੜਿਆ ਰਵੇ, ਉਤਰੇ ਨਾ। ਇਹੋ ਜੀ ਨਾਮ ਦੇ ਨਾਲ ਲਿਵ ਲਾਵੋ, ਨਾਮ ਨਾਲ ਪ੍ਰੀਤ ਕਰੋ। ਗੁਰੂ ਪੀਰ ਮਹਾਂਪੁਰਖ ਸਹਾਈ ਹੋਣ ਤੇ ਫਿਰ ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ। ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਇਹ ਜਿਨ੍ਹਾਂ ਨੂੰ ਗੁਰੂ ਸਾਹਿਬ ਇਹ ਦਾਤਾਂ ਬਖਸ਼ਣ, ਗੁਰੂ ਸਾਹਿਬ ਦੇ ਅੰਮ੍ਰਿਤ ਦੇ ਬਾਟੇ ਚੋਂ ਅੰਮ੍ਰਿਤ ਪੀ ਕੇ ਚਿੜੀਆਂ ਨੇ ਵੀ ਰੰਗ ਵਿਖਾਏ ਬੜੇ। ਬਾਟੇ ਦੀਆਂ ਕਰਾਮਾਤਾਂ, ਮਿੱਠਾ ਜਿਹੜਾ ਮਰਜੀ ਘੋਲ ਸਕਦਾ ਹੈ, ਖੰਡਾ ਵੀ ਚਲਾ ਸਕਦੇ ਆ, ਬਾਣੀਆਂ ਵੀ ਪੜ੍ਹ ਲੈਣਗੇ। ਪਰ ਗੁਰੂ ਸਾਹਿਬ ਜਦੋਂ ਪੰਜ ਪਿਆਰੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਆ ਨਾ, ਬਾਣੀਆਂ ਵੀ ਪੜ੍ਹਦੇ ਆ, ਸਾਰੀ ਮਰਜ਼ਾਦਾ ਕਰਦੇ ਆ, ਪੂਰੀ ਮਰਜ਼ਾਦਾ ਕਰਕੇ ਫਿਰ ਸਾਰੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਖੜੇ ਹੁੰਦੇ। ਜੀ ਮਹਾਰਾਜ ਜੀ, ਇਹਦੇ 'ਚ ਸ਼ਕਤੀ ਭਰੋ, ਇਹਦੇ 'ਚ ਬਲ ਭਰੋ। ਜਿਹੜਾ ਵੀ ਅੰਮ੍ਰਿਤ ਛਕੇ ਤੁਹਾਡੀ ਕਰਾਮਾਤ, ਤੁਹਾਡੀ ਸ਼ਕਤੀ ਵਰਤੇ ਤੇ ਆਗਿਆ ਬਖਸ਼ੋ ਅੰਮ੍ਰਿਤ ਛਕਾਉਣ ਦੀ। ਇਹ ਗੁਰੂ ਸਾਹਿਬ ਦੇ ਅੰਮ੍ਰਿਤ ਦੀਆਂ ਤਾਕਤਾਂ ਗਿੱਦੜਾਂ ਤੋਂ ਸ਼ੇਰ ਬਣੇ, ਚਿੜੀਆਂ ਨੇ ਤੋਂ ਬਾਜ ਤੁੜਾਏ, 1.25 ਲੱਖ ਨਾਲ ਇੱਕ ਨੂੰ ਲੜਾਇਆ। ਇਹਨਾਂ ਅੰਮ੍ਰਿਤ ਦੇ ਬਾਟੇ ਦੀ ਸ਼ਕਤੀ ਗੁਰੂ ਨਾਨਕ ਦੇ ਘਰ, ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਤੇਰੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਭਾਗਾਂ ਵਾਲੀ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਤੇਰੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਭਾਗਾਂ ਵਾਲੀ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਭਾਗਾਂ ਵਾਲੀ ਅੰਮ੍ਰਿਤ ਵਰਸ ਰਿਹਾ। ਜੀ ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਤੇਰੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਭਾਗਾਂ ਵਾਲੀ ਅੰਮ੍ਰਿਤ ਵਰਸ ਰਿਹਾ। ਆਏ ਪਿਆ ਤੇਰੀ ਸ਼ਰਨਾਈ, ਜਿਉਂ ਭਾਵੇ ਤਿਉਂ ਲਹਿ ਮਿਲਾਈ। ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ। ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਗੁਰੂ ਨਾਨਕ ਦੇ ਦਰਬਾਰ ਅੰਮ੍ਰਿਤ ਵਰਸ ਰਿਹਾ। ਤੇਰੇ ਕਰਮਾਂ ਵਾਲੀ ਅੰਮ੍ਰਿਤ ਵਰਸ ਰਿਹਾ। ਕੋਈ ਵੀ ਤੇਰੇ ਭਾਗਾਂ ਵਾਲੀ ਅੰਮ੍ਰਿਤ ਵਰਸ ਰਿਹਾ। ਰਤੀ ਜਿਨ੍ਹਾਂ ਨੂੰ ਇੱਕ ਨਾਮ ਦੀ ਮਿਲ ਗਈ, ਬਿਨਾਂ
ਅਮਲਾਂ ਤੋਂ ਖੀਵੇ, ਅਟੇ ਪਹਿਰ ਮਹਿਲ ਵਿੱਚ ਚਾਨਣ ਬਰਨ ਪ੍ਰੇਮ ਦੇ ਦੀਵੇ। ਮਿਹਨਤ ਕਰਕੇ ਲਾਲ ਵਿਹਾਜੇ ਸਬਲ ਤਿਨਾਂ ਦੇ ਜੀਵੇ, ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ ਕੋਈ ਕਰਮਾਂ ਵਾਲਾ ਪੀਵੇ। ਜਿਹੜੀ ਕੰਜਰੀ ਦੀ ਤੁਸੀਂ ਸਾਖੀ ਸੁਣੀ, ਜਿਹੜੀ ਗਾਉਣਾ ਵਜਾਉਣਾ ਕਰਦੀ ਸੀ, ਨਾਚ ਗਾਣੇ ਕਰਦੀ ਸੀ, ਕੰਜਰੀ ਬਾਬਾ ਜੀ ਦੇ ਚਰਨਾਂ 'ਚ ਆਈ। ਬਾਬਾ ਜੀ ਨੇ ਉਹਦੀ ਸ਼ਰ੍ਹਾ ਕਰਾਈ। ਸ਼ਰ੍ਹਾ ਕਰਾ ਕੇ ਬਾਬਾ ਜੀ ਨੇ ਅੱਗੇ ਅੱਗੇ ਕਲਮਾ ਪੜ੍ਹਿਆ, ਪਿੱਛੇ ਪਿੱਛੇ ਉਹਨੇ ਕਲਮਾ ਪੜ੍ਹਿਆ। ਮੁਸਲਮਾਨੀ ਸੀ। ਸਾਰੇ ਵਿਕਾਰ ਛੁੱਟ ਗਏ, ਰਸ ਆਉਣ ਲੱਗਾ। ਗੁਰੂ ਸਾਹਿਬ ਦੀ ਬਾਣੀ ਜਪਜੀ ਸਾਹਿਬ ਦਾ ਪਾਠ ਵੀ ਕਰਨ ਲੱਗੀ। ਚਿੱਟੇ ਬਸਤਰ ਧਾਰਨ ਕਰ ਲਏ, ਨਾਚ ਗਾਣਾ ਸਭ ਕੁਝ ਬੰਦ ਹੋ ਗਿਆ। ਕੀ ਹੋਇਆ? ਜ਼ਿੰਦਗੀ ਦੇ ਵਿੱਚ ਅੰਮ੍ਰਿਤ ਰਸ ਪ੍ਰਾਪਤ ਹੋ ਗਿਆ। ਅੰਮ੍ਰਿਤ ਰਸ ਪੀ ਲਿਆ। ਬਾਬਾ ਜੀ ਨੇ ਕਿਰਪਾ ਕੀਤੀ, ਜਿਸ ਨੂੰ ਤਿਸੇ ਪਿਆਏ ਜਾਂ ਕੋ ਨਜ਼ਰ ਕਰੇ। ਜਿੰਦੇ ਤੇ ਮਿਹਰ ਕਰਨ, ਨਜ਼ਰ ਕਰਨ ਉਸ ਕੰਜਰੀ ਨੂੰ। ਤੇ ਜਿਹੜਾ ਜੂਏ ਖੇਡਣ ਵਾਲਾ ਜੂਆ ਛੱਡਦਾ ਹੀ ਨਹੀਂ ਸੀ। ਬਾਬਾ ਜੀ ਨੇ ਕਿਹਾ ਸੀ ਵੀ ਜਦੋਂ ਤੇਰਾ ਘਰ ਪੂਰਾ ਹੋ ਗਿਆ ਤੂੰ ਜੂਆ ਛੱਡ ਦੇਣਾ ਹੈ। ਉਨੀ ਦੇਰ ਤਾਈਂ ਇੱਕ ਦੁਆਨੀ ਦਿੱਤੀ, ਜਾ ਭਾਈ। ਉਹਨੇ ਕਿਹਾ ਜੀ ਮੈਂ ਹਾਰ ਗਿਆ, ਲੁੱਟਿਆ ਗਿਆ, ਘਰ ਬਾਹਰ ਵਿਕ ਗਿਆ, ਸਭ ਬਰਬਾਦ ਹੋ ਗਿਆ। ਕਾਹਦੇ 'ਚ ਜੀ? ਜੂਏ ਵਿੱਚ। ਕਮਲਿਆਂ ਵਾਂਗੂ ਫਿਰਦਾ ਸੀ। ਬਾਬਾ ਜੀ ਕਹਿਣ ਲੱਗੇ ਆ ਚੱਕ ਦੁਆਨੀ ਤੇ ਜੂਆ ਖੇਡਿਆ ਕਰ। ਕਹਿੰਦਾ ਜੀ ਇਹ ਤਾਂ ਅੱਗੇ ਮੈਂ ਬਰਬਾਦ ਹੋਇਆ, ਦੁਆਨੀ ਕੀ ਕਰੇਗੀ? ਕਹਿੰਦੇ ਹੁਣ ਤੂੰ ਜਿੱਤੇਗਾ, ਅੱਗੇ ਦਾ ਤੂੰ ਹਾਰਦਾ ਸੀ। ਪਰ ਇਹ ਉਦੋਂ ਤੱਕ ਜੂਆ ਖੇਡਦਾ ਜਦੋਂ ਤੱਕ ਤੇਰੇ ਕਰਜ਼ੇ ਲੈ ਆਉਣ, ਜ਼ਮੀਨਾਂ ਵਾਪਸ ਆ ਜਾਣ, ਘਰ ਵਾਲੀ ਪਰਿਵਾਰ ਕੋਲ ਆ ਜੇ, ਉਹਨਾਂ ਦੀ ਜਾਇਦਾਦ ਬਣ ਜੇ, ਉਹਨਾਂ ਨੂੰ ਮਾਇਆ ਵੀ ਦੇ ਦੀ ਕੋਈ ਗੁਜ਼ਾਰੇ ਜੋਗੀ, ਤੇ ਫਿਰ ਜੂਆ ਛੱਡ ਦੇਵੀਂ। ਉਹਨੇ ਸਾਰੇ ਕੰਮ ਠੀਕ ਹੋ ਗਏ, ਕਰਜ਼ੇ ਵੀ ਉਤਰ ਗਏ, ਜ਼ਮੀਨਾਂ ਵੀ ਵਾਪਸ ਆ ਗਈਆਂ, ਪਰਿਵਾਰ ਵੀ ਇਕੱਠਾ ਹੋ ਗਿਆ, ਮਾਇਆ ਵੀ ਗੁਜ਼ਾਰੇ ਜੋਗੀ ਹੋ ਗਈ। ਪਰ ਜੂਆ ਨਾ ਛੱਡੇ। ਬਾਬਾ ਜੀ ਨੇ ਸੇਵਾਦਾਰ ਭੇਜ ਕੇ ਬੁਲਾਇਆ, ਦੱਸਿਆ ਬਲਲਾਡੇ ਵਿੱਚ। ਉਥੋਂ ਸੇਵਾਦਾਰਾਂ ਨੇ ਉਹਨੂੰ ਜਾ ਕੇ ਆਖਿਆ, ਭਾਈ ਤੈਨੂੰ ਬਾਬਾ ਜੀ ਨੇ ਕਿਹਾ ਸੀ ਵੀ ਜੂਆ ਛੱਡ ਦੇਵੀਂ, ਫਿਰ ਸਾਡੇ ਕੋਲ ਆ ਜੀ, ਗਾਂਹ ਵਾਲੀ ਗੱਲ ਫਿਰ ਕਰਾਂਗੇ, ਤੇ ਤੂੰ ਅਜੇ ਜੂਏ 'ਚ ਹੀ ਲੱਗਿਆ। ਹੁਕਮ ਸੁਣਦਿਆਂ ਫਿਰ ਨਾਲ ਤੁਰ ਪਿਆ। ਬਾਬਾ ਜੀ ਨੇ ਸ਼ਰ੍ਹਾ ਕਰਾਈ ਤੇ ਨਾਲ ਆਖਿਆ ਵੀ ਤੈਨੂੰ ਕਿਹਾ ਸੀ ਜੂਆ ਛੱਡ ਦੇਵੀਂ। ਕਹਿੰਦਾ ਮਹਾਰਾਜ ਮੇਥੋਂ ਨਹੀਂ ਛੱਡਿਆ ਜਾਂਦਾ। ਤੁਸੀਂ ਜਿਵੇਂ ਜੂਆ ਜਿਤਾਉਂਦੇ ਰਹੇ ਜੇ ਨਾ ਆਪਣੇ ਬਲ ਦੇ ਨਾਲ, ਅੱਗੇ ਮੈਂ ਹਾਰਦਾ ਸੀ, ਤੇ ਉਸੇ ਤਰ੍ਹਾਂ ਮੇਰੇ ਕੋਲ ਆਪਦੇ ਬਲ ਦੇ ਨਾਲ ਛਡਾ ਲਵੋ, ਆਪਣੀ ਸ਼ਕਤੀ ਨਾਲ, ਆਪਣੇ ਬਲ ਨਾਲ, ਤੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਦਿਓ। ਬਾਬਾ ਜੀ ਨੇ ਫਿਰ ਮਿਹਰ ਕੀਤੀ, ਕਿਰਪਾ ਕੀਤੀ। ਅੰਦਰ ਬਾਹਰ ਦੀ ਸ਼ਰ੍ਹਾ ਕਰਾਉਂਦੇ ਸੀ। ਬਾਹਰ ਦੀ ਸ਼ਰ੍ਹਾ ਕਈ ਵਾਰੀ ਹੱਥ ਫੇਰ ਕੇ ਵੀ, ਕਈ ਵਾਰੀ ਪਰਿਕਰਮਾ ਕਰਾ ਕੇ ਵੀ, ਥੜਿਆਂ ਦੀ ਮੱਥੇ ਟਿਕਾ ਕੇ ਸ਼ਰ੍ਹਾ ਕਰਾਉਣੀ, ਅੰਦਰੂਨੀ ਨਾਮ ਜਪਾ ਕੇ ਸ਼ਰ੍ਹਾ ਕਰਾਉਣੀ। ਕੋਈ ਮੂਲ ਮੰਤਰ ਜਿਹੋ ਜਿਹਾ ਕੋਈ ਹੋਏ ਉਹੋ ਜਿਹਾ ਮੰਤਰ ਪੜਾ ਕੇ ਬਾਬਾ ਜੀ ਨੇ ਅੰਦਰੂਨੀ ਤੇ ਬਾਹਰੀ ਦੋਨੋਂ ਸ਼ਰ੍ਹਾ ਕਰਾਈਆਂ। ਕਰਾ ਕੇ ਕਹਿਣ ਲੱਗੇ ਜਾ ਹੁਣ। ਪਹਿਲੋਂ ਕਹਿੰਦੇ ਜਪਜੀ ਸਾਹਿਬ ਸੁਣਾ। ਕਹਿੰਦਾ ਜੀ ਮੈਂ ਤਾਂ ਕਦੀ ਜ਼ਿੰਦਗੀ 'ਚ ਕੀਤਾ ਹੀ ਨਹੀਂ ਜਪਜੀ ਸਾਹਿਬ। 5 ਪਾਠ ਸੁਣਾਏ, ਕਹਿੰਦੇ ਹੁਣ ਤੂੰ ਸੁਣਾ। ਕਹਿੰਦਾ ਜੀ ਪਹਿਲੀ ਵਾਰੀ ਇਹ 5 ਪਾਠ ਸੁਣੇ ਨੇ, ਮੈਂ ਤਾਂ ਕਦੀ ਜਪਜੀ ਸਾਹਿਬ ਕੀਤਾ ਹੀ ਨਹੀਂ। ਬਾਬਾ ਜੀ ਕਹਿਣ ਲੱਗੇ ਚੱਲ ਸੁਣਾ। ਫਿਰ 5 ਪਾਠ ਸੁਣਾ ਕੇ ਕਹਿੰਦੇ ਹੁਣ ਤੂੰ ਸੁਣਾ।
बस की शुरू हो गया जपजी साहब। मूल मंत्र पहली पौड़ी तो लैके जिन्नी नाम ध्याया गए मसकत काल, नानक ते मुख उजले केती छुट्टी नाल। कोई दर्शन देखते ही सुध की न सुध रही, बुद्ध की न बुद्ध रही, मत में न मत है। धीरज को धीरज, गर्भ को गर्भ गयो, रत में न रत रही, पत रत पत है। ਇਹੋ ਜੀ ਦਰਸ਼ਨਾਂ 'ਚ ਸੁਧ ਬੁੱਧ ਗਵਾਰੀ ਤੇ ਪਾਠ ਦੇ ਵਿੱਚ ਇੰਨਾ ਮਨ ਲੱਗਿਆ। ਕਹਿੰਦੇ ਕਿਉਂ ਬਈ ਜੂਆ ਖੇਡਣਾ ਹੈ? ਨਹੀਂ ਜੀ। ਘਰ ਪਰਿਵਾਰ 'ਚ ਜਾਣਾ ਹੈ? ਨਹੀਂ ਬਾਬਾ ਜੀ, ਤੁਹਾਡੇ ਚਰਨਾਂ ਵਿੱਚ ਹੀ ਰਹਿਣਾ ਹੈ। ਬਾਬਾ ਜੀ ਕਹਿੰਦੇ ਜਾ ਜਿੱਥੇ ਮਰਜ਼ੀ ਲੱਗਿਆ, ਫਿਰ ਚਰਨੀ ਹੀ ਹੋਣਗੇ। ਤੇ ਆ ਜਪਜੀ ਸਾਹਿਬ ਪੜ੍ਹਦਾ ਰਹੇ ਹਰ ਵੇਲੇ ਰਸਨਾ ਤੇ ਜਪਜੀ ਸਾਹਿਬ ਤੇ ਰੰਗ 'ਚ ਤੁਰਿਆ ਫਿਰੇ ਤੇ ਸਭ ਲੋਕਾਂ ਦੇ ਕਾਰਜ ਰਾਸ ਹੋਣ ਲੱਗੇ। ਉਹਦੀ ਸੰਗਤ ਉਹਨੂੰ ਵੀ ਇੱਕ ਮਹਾਂਪੁਰਸ਼ ਸੰਤ ਬਣਾਤਾ ਬਾਬਾ ਜੀ ਨੇ। ਜਿਸ ਨੂੰ ਜਗਾਏ ਪਿਆਵੇ ਹਰ ਰਸ ਕਥ ਕਥਾ ਤਿਨ ਜਾਣੀ। ਜਿਹਨੂੰ ਜਗਾਉਣ ਜਗਾ ਕੇ ਪਿਉਣ। ਜੂਆ ਖੇਡਣ ਵਾਲੇ ਨੂੰ, ਬਿਮਾਰੀਆਂ ਦੇ ਮਾਰੇ ਹੋਏ ਨੂੰ ਸਾਰੇ ਦੋਸ਼ ਅੰਦਰੋਂ ਕੱਢ ਕੇ ਨਿਰਮਲ ਕਰਦਾ। ਕਹਿੰਦੇ ਗੁਰੂ ਇੰਨੀ ਸ਼ਕਤੀ ਰੱਖਦਾ ਹੈ, ਸਮਰਥਾ। ਜਿਤ ਨਾਤੇ ਕਊਆ ਹੰਸ ਹੋਏ। ਕਾਂ ਦੇ ਕਿਹੋ ਜਿਹੇ ਔਗਣ, ਹੰਸ ਵਿੱਚ ਕਿਹੋ ਜਿਹੇ ਗੁਣ। ਕਾਂ ਦਾ ਰੰਗ ਕਿਹੋ ਜਿਹਾ, ਹੰਸ ਦਾ ਰੰਗ ਕਿਹੋ ਜਿਹਾ, ਸਾਰਾ ਜ਼ਮੀਨ ਸਮਾਨ ਦਾ ਅੰਤਰ ਹੈ। ਕਹਿੰਦੇ ਗੁਰੂ ਦਰਿਆਓ ਸਦਾ ਜਲ ਨਿਰਮਲ। ਇਹ ਗੁਰੂ ਨਾਨਕ ਦੇ ਘਰ ਦੀ ਸੰਗਤ ਹੈ ਕਿ ਨਾਖੇ ਕਊਆ ਹੰਸ ਬਣ ਗਿਆ। ਉਹਦੇ ਔਗਣ ਵੀ ਚਲੇ ਗਏ ਨੇ, ਉਹਦੀ ਸ਼ਕਲ ਵੀ ਬਦਲ ਗਈ, ਰੂਪ ਵੀ ਬਦਲ ਗਿਆ, ਬਾਹਰੋਂ ਵੀ ਬਦਲ ਗਿਆ ਤੇ ਅੰਦਰੋਂ ਵੀ ਬਦਲ ਗਿਆ। ਇਹ ਕਾਂ ਜਿਹੜਾ ਹੈ ਉਹ ਕਊਆ ਹੰਸ ਬਣ ਗਿਆ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ। ਗੁਰੂ ਵਿੱਚ ਏਡੀ ਸਮਰੱਥਾ ਹੈ। ਉਹ ਇੱਕ ਮੇਰ ਦੀ ਨਜ਼ਰ ਕਰਕੇ ਸਭ ਕੁਝ ਕਰ ਸਕਦੇ। ਧੰਨ ਗੁਰੂ ਨਾਨਕ ਸਾਹਿਬ ਜੀ। ਬਾਬਾ ਜੀ ਜਿਵੇਂ ਮਰਜ਼ੀ ਕਰ ਸਕਦੇ ਆ। ਉਹਨਾਂ ਦੇ ਬਚਨ ਨੇ, ਫਿਰ ਉਹਨਾਂ ਦੇ ਉਹ ਬਚਨ ਨਹੀਂ ਜਿਹੜੇ ਅਸੀਂ ਕਿਤਾਬਾਂ ਵਿੱਚ, ਗ੍ਰੰਥਾਂ ਵਿੱਚ ਬੜੇ ਸੁਣਦੇ ਹਾਂ ਕਿ ਆਹ ਇਤਿਹਾਸ, ਆਹ ਸਾਖੀਆਂ ਲਿਖਾਰੀਆਂ ਨੇ ਲਿਖਿਆ। ਬਾਬਾ ਜੀ ਨੇ ਆਪ ਬਹਿ ਕੇ ਲਫ਼ਜ਼ ਲਿਖਾਏ ਤੇ ਲਿਖਣ ਵਾਲੇ ਲਿਖਾਰੀ ਨੇ, ਬਾਬਾ ਜੀ ਦੇ ਮੁਨਸ਼ੀ ਨੇ ਲਿਖੇ ਕਿ ਕਲਯੁਗ ਦੇ ਵਿੱਚ 7 ਯੁੱਗ ਵਰਤਾਵਾਂਗੇ। 7 ਯੁੱਗ ਦੀ ਲੜੀ ਚੱਲੇਗੀ। 17,500 ਬਰਸ ਕਲਯੁਗ ਵਿੱਚ 7 ਯੁੱਗ ਵਰਤਾਵਾਂਗੇ। ਗੁਰੂ ਸਾਹਿਬ ਨੇ ਕਿਹਾ ਸੀ ਰਾਜ ਕਰੇਗਾ ਖਾਲਸਾ ਤੇ ਬੜਾ ਹੀ ਨਿਆਰਾ ਰਾਜ ਹੋਏਗਾ ਖਾਲਸੇ ਦਾ। ਤੇ ਉਹ ਆਪਣੀ ਕਲਾ ਨਾਲ, ਆਪਣੀ ਸ਼ਕਤੀ ਨਾਲ ਸਭ ਕੁਝ ਹੀ ਕਰ ਸਕਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਸਾਹਿਬ ਜੀ। ਜੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨਸ਼ੈੜੀਆਂ ਤੋਂ, ਮਾਇਆ ਦੇ ਲੋਭੀਆਂ ਤੋਂ, ਮਾੜੀਆਂ ਆਦਤਾਂ ਜੂਏ ਖੇਡਣ ਵਾਲਿਆਂ ਨੂੰ ਮਹਾਂਪੁਰਖ ਬਣਾ ਸਕਦੇ ਆ। ਬਾਬਾ ਨਾਨਕਾ ਤੇਰੀਆਂ ਵੀ ਇਹ ਕਰਾਮਾਤਾਂ ਨੇ। ਰੀਠਾ ਵਿਚਾਰਾ ਕੀ ਚੀਜ਼ ਹੈ, ਕੌਡਾ ਰਾਖਸ਼ ਕੀ ਚੀਜ਼ ਹੈ। ਤੇਰੀ ਨਜ਼ਰ ਤੇ ਮਿਹਰ ਦੇ ਅੱਗੇ ਵੱਡੇ ਵੱਡੇ ਪਾਪੀ ਕੀ ਚੀਜ਼ ਨੇ, ਰਾਖਸ਼ ਕੀ ਚੀਜ਼ ਨੇ ਜਿਨ੍ਹਾਂ ਨੂੰ ਤੂੰ ਚਾਹੇ
ਪਲਾਂ ਦੇ ਵਿੱਚ ਬਦਲ ਦੇਵੇਂ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਕਤੀ ਹੈ। ਬਾਲੇ ਆਪਣੀ ਮਿਹਰ ਦੇ ਨਾਲ ਗੁਰੂ ਨਾਨਕ ਕਰੇ ਮਿਹਰ ਤੇ ਫਿਰ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਪੱਥਰ ਮੋਮ ਕਰਕੇ ਪੰਜਾ ਲਾਏ ਦਿੱਤਾ। ਰੋਸ ਬਲੀ ਕੰਧਾਰੀ ਦਾ ਲਾਹਿਆ ਸੀ। ਹਮ ਜਾਗੋ ਸਵਰਗੇ ਤੇਰੇ ਹੋਏ ਚੁੱਕੇ। ਸੱਜਣ ਵਰਗਿਆਂ ਰਾਹੇ ਪਾਇਆ ਸੀ। ਭੂਮੀਏ ਚੋਰ ਵਰਗੇ ਪੂਰਨ ਸੰਤ ਕੀਤੇ। ਉਹ ਖਾਣਾ ਹੱਕ ਹਲਾਲ ਸਖਾਇਆ ਸੀ। ਰਿੱਠੇ ਕਰ ਮਿੱਠੇ ਅੱਗੋਂ ਫੜ ਲਾਏ। ਜੀ ਰਿੱਠੇ ਕਰ ਮਿੱਠੇ ਅੱਗੋਂ ਫੜ ਲਾਏ। ਚੰਡਾ ਨਾਮ ਦਾ ਇੱਕ ਲਾਇਆ ਸੀ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਮਿਹਰਾਂ ਵਾਲਿਆ ਮਿਹਰ ਦੀ ਨਜ਼ਰ ਹੋਈ। ਵਜੇ ਜੰਗਲਾਂ ਵਿੱਚ ਰਬਾਬ ਤੇਰੀ। ਝਾੜ ਚਿੰਬਿਆ ਪਰਬਤਾਂ ਕੰਜਰਾਂ ਤੋਂ। ਧੁਨੀ ਗੂੰਜਦੀ ਸੱਚ ਕਰਤਾਰ ਤੇਰੀ। ਉੱਚੇ ਪਰਬਤਾਂ ਉੱਚੀਆਂ ਖੱਟੀਆਂ ਤੇ ਨਾਲ ਸਿੱਧਾਂ ਦੇ ਹੋਈ ਗੁਫਤਾਰ ਤੇਰੀ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਗੁਰੂ ਨਾਨਕ ਕਰੇ ਮਿਹਰ ਤਾਂ ਕੀ ਨਹੀਂ ਹੋ ਸਕਦਾ। ਪਸ਼ੂਆਂ ਤੋਂ ਦੇਵਤੇ, ਪਸ਼ੂਆਂ ਪ੍ਰੇਤਾਂ ਤੋਂ ਦੇਵਤੇ, ਇੱਕ ਨਿਮਖ ਦੇ ਵਿੱਚ ਗੁਰੂ ਸਾਹਿਬ ਏਡੇ ਸਮਰਾਥੀ, ਆਪਣੀ ਸਮਰੱਥਾ ਨਾਲ ਸਭ ਕੁਝ ਹੀ ਕਰ ਸਕਦੇ। ਉਹਨਾਂ ਦੇ ਚਰਨਾਂ 'ਚ ਟਹਿ ਕੇ ਨਿਮਰਤਾ ਨਾਲ, ਗਰੀਬੀ ਨਾਲ ਇਹ ਮੰਗਣਾ ਹੈ ਗੁਰੂ ਸਾਹਿਬ ਤੋਂ। ਭਾਈ ਨੰਦ ਲਾਲ ਨੇ ਮੰਗਿਆ ਸੀ
ਜੀ ਮੇਰੇ ਤੇ ਵਿਦਿਆ ਦਾ ਹੰਕਾਰ ਹੀ ਚੜਿਆ ਹੈ ਕਿ ਮੈਂ ਬੜਾ ਵਿਦਵਾਨ ਹਾਂ, ਪਰ ਜੋ ਸਿੱਖਾਂ ਦੇ ਰੰਗ ਮੇਰੇ ਤੇ ਰੰਗ ਹੈ ਨਹੀਂ। ਆਖੋ ਵਾਹਿਗੁਰੂ। ਇਸ ਪੱਖੋਂ ਮੈਂ ਬਹੁਤ ਪਿੱਛੇ ਹਾਂ, ਮੈਨੂੰ ਵੀ ਰੰਗ ਲਓ। ਆਖੋ ਸੀ ਜਿਵੇਂ ਸਿੱਖਾਂ ਨੂੰ ਆਪਦੇ ਰੰਗ ਵਿੱਚ ਤੁਸੀਂ ਰੰਗਿਆ ਹੈ ਨਾ, ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਵੀ ਆਪਦਾ ਰੰਗ ਚਾੜੋ। ਤੇ ਫਿਰ ਭਾਈ ਨੰਦ ਲਾਲ ਤੇ ਪੂਰਾ ਰੰਗ ਚੜ ਗਿਆ, ਪੂਰਾ। ਮਣੀ ਸਿੰਘ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਬੈਰਾਗ ਵਿੱਚ ਆ ਕੇ ਬੇਨਤੀਆਂ ਕਰਨ ਲੱਗਾ। ਜੀ ਮਨ ਖੜਦਾ ਹੀ ਨਹੀਂ, ਮਨ ਟਿਕਦਾ ਹੀ ਨਹੀਂ, ਮਨ ਦੌੜਦਾ ਹੈ, ਭੱਜਦਾ ਹੈ। ਇਹ ਮਨ ਕਿਵੇਂ ਠੀਕ ਹੋਏਗਾ? ਗੁਰੂ ਸਾਹਿਬ ਨੇ ਕਿਹਾ ਭਾਂਡੇ ਮਾਂਜਣ ਬੈਠ ਜਾ। ਮਣੀ ਸਿੰਘ ਜਿੰਨੇ ਬਰਤਨ ਲਿਸ਼ਕਾਏਗਾ ਉਹਨਾਂ ਤੇਰਾ ਮਨ ਲਿਸ਼ਕ, ਉਹਦੇ ਤੋਂ ਭਾਂਡੇ ਮੰਜਵਾ ਕੇ ਮਣੀ ਸਿੰਘ ਤੋਂ ਮਨ ਮਾਂਜਦਾ। ਮਨ ਇੰਨਾ ਨਿਰਮਲ ਹੋ ਗਿਆ, ਇੰਨਾ ਰੰਗ 'ਚ ਰੰਗਿਆ ਗਿਆ। ਤੇ ਜਦੋਂ ਭਾਈ ਮਣੀ ਸਿੰਘ ਦੇ ਬੰਦ ਕੱਟਣ ਵਾਲਾ ਆਇਆ ਨਾ, ਕਤਲ ਕਰਨ ਵਾਸਤੇ ਆਇਆ ਕਾਤਲ, ਤੇ ਭਾਈ ਮਣੀ ਸਿੰਘ ਜੀ ਕਹਿੰਦੇ ਮੈਨੂੰ ਰਸ ਬੜਾ ਆਉਂਦਾ ਹੈ ਇਸ ਸ਼ਹੀਦੀ ਦਾ। ਉਹ ਮੇਰੇ ਬੰਦ ਕੱਟ, ਜਿੰਨੇ ਟੋਟੇ ਕਰੇਗਾ ਓਨਾ ਹੀ ਮੈਂ ਆਪਣੇ ਗੁਰੂ ਤੋਂ ਵਾਰੀ ਜਾਵਾਂਗਾ। ਆਪਦੇ ਸਰੀਰ ਦੇ ਟੋਟੇ ਕਰ ਕਰਕੇ ਮੈਂ ਆਪਣੇ ਗੁਰੂ ਤੋਂ ਵਾਰਾਂਗਾ। ਮੈਨੂੰ ਸਵਾਦ ਆਉਂਦਾ ਹੈ, ਰਸ ਆਉਂਦਾ ਹੈ। ਜਿਨ੍ਹਾਂ ਦਾ ਮਨ ਨਹੀਂ ਖੜਦਾ ਸੀ, ਗੁਰੂ ਸਮਰੱਥ ਹੈ, ਗੁਰੂ ਵੱਡਾ ਹੈ। ਬਾਬਾ ਜੀ ਕਹਿੰਦੇ ਸੀ, ਮੈਂ ਵੀ ਬੇਨਤੀ ਕੀਤੀ। ਬਾਬਾ ਜੀ ਕਹਿੰਦੇ ਜਦੋਂ ਕੀਰਤਨ ਕਰੋ, ਪਾਠ ਕਰੋ, ਕੀਰਤਨ ਸੁਰਲਾ ਕਰੋ, ਫਿਰ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਅੱਗੇ। ਨਾਲੇ ਗੁਰੂ ਸਾਹਿਬ ਨੂੰ ਪਾਠ ਸੁਣਾਓ, ਨਾਲੇ ਸੇਵਾ ਕਰੋ, ਨਾਲੇ ਬੇਨਤੀ ਕਰੋ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰੇ ਵੀ ਕਰਮ ਬਦਲ ਦਿਓ। ਮੈਨੂੰ ਸੇਵਾ ਦਾ, ਕੀਰਤਨ ਦਾ, ਨਾਮ ਦਾ ਰਸ ਆਵੇ। ਸਾਡੇ ਗੁਰੂ, ਸਾਡੇ ਮਹਾਂਪੁਰਸ਼, ਸਾਡੇ ਸਮਰੱਥ ਨੇ। ਇੱਕ ਭਟਕਦਾ ਹੋਇਆ ਮਨੁੱਖ ਪੁੱਛੋ ਵਾਲਿਆਂ ਕੋਲ ਆ ਗਿਆ। ਬਾਬਾ ਜੀ ਨੇ ਕਿਹਾ ਤੂੰ ਮੁਸਲਮਾਨ ਹੈ, ਤੇਰਾ ਗੁਰੂ ਪੀਰ ਮੁਰਸ਼ਿਦ ਵੀ ਤਾਰਿਆ ਹੋਏਗਾ। ਜੀ ਹਾਂ, ਉਹ ਤਾਂ ਮਹਾਰਾਜ ਮੇਰਾ ਮੁਰਸ਼ਿਦ ਚਲਾ ਗਿਆ ਸੰਸਾਰ ਤੋਂ। ਬਾਬਾ ਜੀ ਕਹਿੰਦੇ ਭਲਿਆ ਪੁਰਸ਼ਾ, ਮੁਰਸ਼ਿਦ ਨਹੀਂ ਮਰਦੇ ਕਦੀ ਵੀ। ਆਖੋ ਅਜੇ ਵੀ ਤੇਰਾ ਮੁਰਸ਼ਿਦ ਜੀਂਦਾ ਹੈ, ਤੂੰ ਕਲਮਾ ਪੜ੍ਹ, ਧਿਆਨ ਇਕਾਗਰਤਾ ਚ ਕਰ, ਸਭ ਕੁਝ ਤੇਰਾ ਮੁਰਸ਼ਿਦ ਹੀ ਤੈਨੂੰ ਦੇਵੇਗਾ। ਆਖੋ ਉਹਨੂੰ ਸਮਰੱਥਾ ਦੇਤੀ। ਕੋਈ ਦੇਰ ਪਾਠ ਸਿਮਰਨ ਪੂਜਾ ਉਹਦੇ ਤੋਂ ਕਰਾ ਕੇ ਫਿਰ ਉਹਦੇ ਤੇ ਬੜੀਆਂ ਕਿਰਪਾ ਹੋ ਗਈ। ਕਹਿੰਦੇ ਮੁਰਸ਼ਿਦ ਨਹੀਂ ਮਰਦੇ, ਗੁਰੂ ਪੀਰ ਨਹੀਂ ਮਰਦੇ। ਆਪਦੀ ਭਾਵਨਾ ਨੂੰ ਸੁਰਜੀਤ ਕਰੋ, ਜੀਂਦਿਆਂ ਕਰੋ। ਗੁਰੂ ਸਾਡੇ ਕੋਲ ਹਾਜ਼ਰ ਹੀ ਨੇ। ਸਮਰੱਥ ਹੈ ਗੁਰੂ, ਸਮਰੱਥ। ਗੁਰੂ ਨਾਨਕ ਸਾਹਿਬ ਜੀ ਦਰਗਾਹ ਨੂੰ ਚੱਲ, ਸਾਰੀਆਂ ਮਿਹਰਾਂ ਤੇ ਕਿਰਪਾ ਸਭ ਦੇ ਕੇ ਲੈਣੇ ਨੇ। ਹੁਣ ਮਹਾਰਾਜ ਦਾ ਸਰੀਰ ਪਿਆ ਹੈ। ਪੁੱਤਰਾਂ ਨੂੰ ਬੜਾ ਵਿਰਾਗ ਲੱਗਿਆ ਵੀ ਬੜੇ ਸ਼ਕਤੀਵਾਨ ਸੀ। ਸ੍ਰੀ ਚੰਦਰ ਮਹਾਰਾਜ ਨੂੰ ਮੈਂ ਤਾਂ ਸਮਾਧੀਆਂ ਲਾਉਣ ਵਿੱਚ ਹੀ ਰਿਹਾ, ਕਿਉਂ ਜਨਮਾਂ ਦੀ ਪਿੱਛੋਂ ਦਾ ਸੁਭਾਅ ਸੀ। ਮੈਂ ਆਪਣੇ ਪਿਤਾ ਗੁਰਦੇਵ ਤੋਂ ਕੁਝ ਮੰਗਿਆ ਨਹੀਂ। ਲਖਮੀ ਦਾਸ ਕਾਰੋਬਾਰੀ ਵਿੱਚ ਹੀ ਰਿਹਾ, ਮੈਂ ਮੰਗਿਆ ਨਹੀਂ ਕੁਝ।
ਦੋਨੇ ਮਾਂ ਦੇ ਗੱਲ ਲਾ ਕੇ ਰੋਣ ਲੱਗੇ। ਆਖੋ ਜੀ, ਸਾਡਾ ਪਿਤਾ ਬੜਾ ਸ਼ਕਤੀਵਾਨ, ਬੜਾ ਸੀ, ਨਿਰੰਕਾਰ ਸੀ, ਪਰ ਮਾਂ ਸਾਡੀਆਂ ਅੱਖਾਂ ਹੁਣ ਖੁੱਲੀਆਂ ਨੇ, ਕਰੀਏ ਕੀ? ਉਹ ਦਰਗਾਹ ਨੂੰ ਚਲੇ ਗਏ। ਤਾਂ ਗੁਰੂ ਸਾਹਿਬ ਨੇ ਫਿਰ ਬਖਸ਼ਿਸ਼ ਕਿਰਪਾ ਸਮਤ ਆਈ ਤੇ ਵਿਰਲਾਪ ਕਰਨ ਲੱਗੇ। ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਕੋਲ ਖੜ ਕੇ ਰੋ ਰੋ ਕੇ ਅਰਦਾਸਾਂ ਕਰਨ ਲੱਗੇ ਕਿ ਅਸੀਂ ਬਾਬਾ ਤੇਰੇ ਪੁੱਤਰ ਤੇਰੇ ਘਰ 'ਚ ਜਨਮ ਲਿਆ, ਸਾਡੇ ਕੋਲ ਕੁਝ ਵੀ ਨਹੀਂ, ਸਭ ਕੁਝ ਤੁਸੀਂ ਲੈਣੇ ਨੂੰ ਬਖਸ਼ਿਸ਼ ਕਰ ਦਿੱਤੀ, ਅਸੀਂ ਕਿਉਂ ਖਾਲੀ ਰਹੇ, ਸਾਡੇ ਤੇ ਮਿਹਰ ਕਰੋ, ਤੇਰਾ ਵਾਸਤਾ ਹੈ, ਤੂੰ ਸਾਡਾ ਬਾਪ ਸੀ, ਅਸੀਂ ਤੇਰੇ ਪੁੱਤਰ ਸੀ। ਬਾਪ ਹੋਣ ਤੇ ਪਿਤਾ ਹੋਣ ਤੇ ਤੇਰਾ ਵਾਸਤਾ ਹੈ ਕਿ ਸਾਨੂੰ 4 ਘੜੀਆਂ ਹੀ ਹੁਣ ਦੇ ਦੇ। ਆਖੋ ਜੀ, ਕਹਿੰਦੇ ਦਰਗਾਹ 'ਚ ਘੰਟੇ ਖੜਕ ਗਏ। ਗੁਰੂ ਨਾਨਕ ਸਾਹਿਬ ਫਿਰ ਬੈਠ ਗਏ, ਕਹਿਣ ਲੱਗੇ, ਬਖਸ਼ਿਸ਼ਾਂ ਕਰਨ ਲੱਗੇ ਪੁੱਤਰਾਂ ਦੀ। ਇਹ ਅਜੀਬ ਘਟਨਾ ਵਾਪਰੀ ਕਿ ਮਹਾਰਾਜ ਦਰਗਾਹ ਨੂੰ ਚਲੇ ਗਏ, ਪੁੱਤਰਾਂ ਦੇ ਯਾਦ ਕਰਨ ਤੇ ਬਿਰਾਗ ਕਰਨ ਤੇ ਰੁਦਨ ਕਰਨ ਤੇ ਵਿਰਲਾਪ ਤੇ। ਫਿਰ ਗੁਰੂ ਨਾਨਕ ਸਾਹਿਬ ਆਏ, ਕਹਿੰਦੇ ਪੁੱਤਰੋ ਤੁਸੀਂ 4 ਘੜੀਆਂ ਮੰਗੀਆਂ ਨਾ, ਅੱਜ ਤੁਹਾਡੀ ਅਰਦਾਸ ਪ੍ਰਵਾਨ ਹੋ ਗਈ ਦਰਗਾਹ 'ਚ। ਜੇ ਤੁਸੀਂ 4 ਯੁੱਗ ਵੀ ਮੰਗਦੇ, ਅਸੀਂ 4 ਯੁੱਗ ਵੀ ਰਹਿਣਾ ਸੀ। ਆਖੋ ਜੀ, ਕਹਿੰਦੇ ਤੁਸੀਂ ਖਾਲੀ ਨਹੀਂ, ਲਖਮੀ ਦਾਸ ਦੀਆਂ ਵੀ ਕੁੱਲਾਂ ਗੱਦੀਆਂ ਚੱਲਣਗੀਆਂ, ਸ੍ਰੀ ਚੰਦ ਤੇਰੀਆਂ ਵੀ ਸੰਪਰਦਾਵਾਂ ਚੱਲਣਗੀਆਂ, ਉਦੋਂ ਤੱਕ ਜਦੋਂ ਤੱਕ ਚੰਦ ਸੂਰਜ ਤਾਰੇ ਧਰਤੀ ਏ। ਆਖੋ ਸੀ, ਇਹ ਦੋਨਾਂ ਸਪੁੱਤਰਾਂ ਨੂੰ ਗੁਰੂ ਸਾਹਿਬ ਦਾਤਾਂ ਦੇ ਕੇ ਅੰਤਮ ਸਮੇਂ 4 ਘੜੀਆਂ ਪੁੱਤਰਾਂ ਦੇ ਵਿੱਚ ਬਿਤਾ ਕੇ ਫਿਰ ਭਾਣਾ ਵਰਤਾ ਗਏ। ਗੁਰੂ ਸਮਰੱਥ ਨੇ ਉਹਨਾਂ ਨੂੰ ਯਾਦ ਕਰੀਏ, ਉਹਨਾਂ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ ਗੁਰੂ ਸਾਹਿਬ ਦੇ ਚਰਨਾਂ 'ਚ। ਬਾਬਾ ਆਨੰਦ ਸਿੰਘ ਜੀ ਨੇ ਕਿਵੇਂ ਮਨਾਇਆ ਸੀ? ਗੁਰੂ ਨਾਨਕ ਸਾਹਿਬ ਨੂੰ ਤਾਂ 400 ਸਾਲ ਹੋ ਗਿਆ ਸੀ, ਉਹਨਾਂ ਨੇ ਕਿਵੇਂ ਮਨਾ ਲਿਆ? ਉਹਨਾਂ ਕਿਹਾ, ਮਹਾਰਾਜ ਤੁਸੀਂ ਜੇ ਪੁੱਤਰਾਂ ਵਾਸਤੇ ਫਿਰ ਦੁਬਾਰਾ ਆ ਸਕਦੇ ਹੋ, 10 ਜਾਮਿਆਂ 'ਚ ਵਰਤ ਸਕਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤੁਸੀਂ ਵਰਤ ਰਹੇ ਜੇ, ਪ੍ਰਗਟ ਹੋ ਕੇ ਪ੍ਰਸ਼ਾਦਾ ਛਕੋ। ਆਖੋ ਸੀ, ਤੇ ਗੁਰੂ ਨਾਨਕ ਸਾਹਿਬ ਨੂੰ ਪ੍ਰਗਟ ਕਰ ਲਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਨਹੀਂ ਗਏ, ਬਾਬਾ ਜੀ ਨੇ ਫਿਰ ਪ੍ਰਗਟ ਕਰ ਲਿਆ। ਫਿਰ ਕਲਗੀਧਰ ਪਾਤਸ਼ਾਹ ਨੂੰ ਪ੍ਰਗਟ ਕੀਤਾ ਹਜ਼ੂਰ ਸਾਹਿਬ ਜਾ ਕੇ। ਤੇ ਇਹ ਤੋਂ ਮਰਜ਼ਾਦਾ ਹੈ ਕਿ ਜੋ ਦਾਤ ਮਿਲਦੀ ਏ ਉਹ ਆਪਣੇ ਗੁਰਦੇਵ ਗੁਰੂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਮਿਲਦੀ। ਫਿਰ ਹੁਕਮ ਹੋਇਆ ਤੇ ਬਾਬਾ ਜੀ ਲਹਿਰੇ ਖਾਨੇ ਵਿਦਿਆ ਪੜ੍ਹਨ ਵਾਸਤੇ ਆਏ ਤੇ ਪੁੱਛੋ ਵਾਲਿਆਂ ਦੇ ਚਰਨਾਂ 'ਚ 12 ਸਾਲ ਸੇਵਾ ਕਰਕੇ, ਕਿਉਂਕਿ ਹੁਕਮ ਸੀ ਇਹ ਦਰਗਾਹੀ ਦਾਤ ਮਹਾਂਪੁਰਸ਼ਾਂ ਤੋਂ ਮਿਲੇਗੀ। ਆਖੋ ਸ੍ਰੀ ਵਾਹਿਗੁਰੂ। ਅਚੰਤ ਰਾਮ ਨੂੰ ਵੀ ਬੜੇ ਸਰੂਪ ਦਿਖਦੇ ਸੀ ਸ਼ਿਵਜੀ ਭਗਵਾਨ ਦੇ, ਕਿਤੇ ਕੋਈ ਰੂਪ ਆ ਜਾਂਦਾ ਸੀ, ਕਿਤੇ ਕੋਈ। ਇਹਨੇ ਬਹੁਤ ਵਿਰਾਗ ਕਰਨਾ, ਇਹਨੂੰ ਫਿਰ ਆਵਾਜ਼ ਆਈ ਕੋਈ ਮਹਾਂਪੁਰਸ਼ ਕਿਰਪਾ ਕਰੇਗਾ। ਆਖੋ ਸੀ, ਭਗੀਰਥ ਬੈਠਾ ਮਲਸੀਆਂ ਵਿੱਚ ਇੰਨੀ ਸੇਵਾ ਕਰਦਾ ਸੀ, ਪੱਥਰ ਦੀ ਮੂਰਤੀ ਦੀ, ਇਹਨੂੰ ਆਉਂਦਾ ਸੀ, ਭੋਜਨ ਛਕਾਉਂਦਾ ਸੀ, ਬਸਤਰ ਪਾਉਂਦਾ ਸੀ, ਹਰ ਸਮੇਂ ਉਹਨੂੰ ਹੀ ਰੱਬ ਸਮਝਿਆ ਹੋਇਆ ਸੀ। ਤੇ ਉਸ ਪੱਥਰ 'ਚ ਆਵਾਜ਼ ਆਈ
ਕਿ ਭਗੀਰਥ ਜੇ ਤੂੰ ਰੱਬ ਦੇ ਦਰਸ਼ਨ ਚਾਹੁੰਦਾ ਹੈ ਨਾ ਤੇ ਜਾਂ ਫਿਰ ਰੱਬ ਸੁਲਤਾਨਪੁਰ ਵਿੱਚ ਬੈਠਾ ਮੋਦੀ ਖਾਨੇ, ਕਿਸੇ ਨੇ ਭਰਾ ਸਮਝ, ਕਿਸੇ ਦਾ ਸਾਲਾ ਆਪਣਾ ਸਮਝਿਆ, ਕਿਸੇ ਨੇ ਪਿੰਡ ਵਾਲਾ ਸਮਝਿਆ, ਕਿਸੇ ਮੋਦੀ ਦਾ ਉੱਥੋਂ ਦਾ ਨੌਕਰ ਸਮਝਿਆ ਨਵਾਬ ਦਾ। ਜਾ ਕੇ ਆਪ ਨਿਰੰਕਾਰ ਬੈਠਾ ਮੋਦੀ ਖਾਨੇ 'ਚ। ਫਿਰ ਭਗੀਰਥ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੱਠਾ ਜਾ ਕੇ ਤੇ ਮਹਾਰਾਜ ਨੇ ਫਿਰ ਸਾਰੇ ਰਸ, ਸਾਰੀਆਂ ਦਾਤਾਂ ਉਸ ਸਿੱਖ ਦੀ ਝੋਲੀ 'ਚ ਪਾਈਆਂ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਰੱਬ ਦਾ ਰੂਪ ਬੈਠਾ ਹੈ। ਐਵੇਂ ਫਿਰ ਬਾਬਾ ਜੀ ਪੁੱਛੋ ਵਾਲਿਆਂ ਦੀ ਸੇਵਾ ਕਰਕੇ 12 ਸਾਲਾਂ ਦੇ ਵਿੱਚ ਸਾਰੀਆਂ ਕਠਿਨਾਈਆਂ, ਸਾਰੀਆਂ ਸਖਤਾਈਆਂ ਸਹਿ ਕੇ ਗੁਰੂ ਮਹਾਰਾਜ ਭਾਂਡਾ ਤਿਆਰ ਕਰਦੇ, ਜਿੰਦੇ ਵਿੱਚ ਸਾਰੀ ਸ਼ਕਤੀ ਪਾਉਣੀ। ਜਦੋਂ 12 ਸਾਲ ਦੇ ਤਪ ਤੋਂ ਬਰਤਨ ਬਣ ਗਿਆ ਤੇ ਫਿਰ ਬਾਬੇ ਮਾਹਰ ਨਾਮ ਸਿੰਘ ਨੇ ਸਾਰੀਆਂ ਸ਼ਕਤੀਆਂ, ਸਾਰੇ ਬਲ ਭਰਦੇ। ਅੱਜ ਬਾਬਾ ਆਨੰਦ ਸਿੰਘ ਦੇ ਸਦਕਾ ਆਪਾਂ ਇੱਥੇ ਬੈਠੇ ਹਾਂ। ਆਖੋ ਸ੍ਰੀ ਵਾਹਿਗੁਰੂ। ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਸਾਰਾ ਕੁਝ ਹੀ ਲੈ ਗਏ ਪੁੱਛੋ ਵਾਲਿਆਂ ਤੋਂ। ਤੇ ਫਿਰ ਜਦੋਂ ਤੱਕ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇੱਥੋਂ ਦਾ ਸਥਾਨ ਨਹੀਂ ਸੰਭਾਲਿਆ ਤੇ ਇੱਥੇ ਸਾਰੀਆਂ ਸ਼ਕਤੀਆਂ ਨਹੀਂ ਵਰਤੀਆਂ। ਜਦੋਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਖੇਮ ਸਿੰਘ ਜੀ ਨੂੰ ਦਿੱਲੀ ਦਰਸ਼ਨ ਦਿੱਤੇ, ਦਰਸ਼ਨ ਦੇ ਕੇ 70 ਸਾਲ ਲੰਘ ਗਏ ਸੀ। ਬਾਬਾ ਜੀ ਬੜੇ ਵਿਰਾਗ 'ਚ ਰਹਿੰਦੇ ਸੀ। ਕਿਸੇ ਨੇ ਕਿਹਾ ਸੀ ਤੂੰ ਮਰ ਜਾਣਾ ਹੈ, ਤੇਰਾ ਸਮਾਂ ਨੇੜੇ ਹੀ ਹੈ। ਬਾਬਾ ਜੀ ਨੂੰ ਬੜਾ ਵਿਰਾਗ ਸੀ ਕਿ 70 ਸਾਲ ਜਿਹੜੇ ਉਮਰ ਲੰਘ ਗਈ। 70 ਸਾਲ ਦੀ ਆਯੂ ਹੋ ਗਈ ਹੈ, ਜੇ ਮਿਲਿਆ ਨਹੀਂ ਕੁਝ ਵੀ। ਤੇ ਬਾਬਾ ਆਨੰਦ ਸਿੰਘ ਜੀ ਫਿਰ ਸੁਪਨੇ 'ਚ ਆ ਕੇ, ਆਖੋ ਸੀ ਕਿਰਪਾ ਕਰਕੇ, ਕਹਿੰਦੇ ਸੁਪਨਾ ਵੀ ਸੀ ਤੇ ਪ੍ਰਤੱਖ ਵੀ ਸੀ। ਜਦੋਂ ਉਹਨਾਂ ਨੇ ਆਣ ਕੇ ਦਰਸ਼ਨ ਦਿੱਤੇ, ਸੁਪਨੇ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ। ਤੇ ਬਾਬਾ ਜੀ ਨੂੰ ਜਦੋਂ ਪਿੰਡ ਵਾਲੇ ਲੈਣ ਗਏ, ਭੋਲੇ ਭਾਲੇ ਬਣ ਗਏ। ਹੁਕਮ ਤਾਂ ਸਾਰਾ ਹੋ ਗਿਆ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਹੁਕਮ ਹੋ ਗਿਆ ਸੀ ਦਰਗਾਹੀ ਪੁੱਛੋ ਦੀ ਸੇਵਾ ਸੰਭਾਲਣ ਦਾ। ਤੇ ਬਾਬਾ ਜੀ ਨੇ ਫਿਰ ਆਣ ਕੇ ਬਾਬਾ ਜੀ ਨੇ ਕਿਹਾ ਸੀ ਆਪਾਂ ਬਣਾਉਣਾ ਸਾਰਾ, ਜਾਓ ਜਾ ਕੇ ਕਥਾ ਕੀਰਤਨ ਮਰਜ਼ਾਦਾ ਬਣੋ। ਉੱਥੇ ਕੁਝ ਨਹੀਂ ਹੈਗਾ, ਨਾ ਇੱਥੇ ਗੁਰੂ ਸਾਹਿਬ ਦੀ ਸੇਵਾ ਸੀ, ਨਾ ਕੋਈ ਕੀਰਤਨ ਦੀ ਮਰਜ਼ਾਦਾ ਸੀ, ਨਾ ਪਾਠਾਂ ਦੀ ਮਰਜ਼ਾਦਾ ਸੀ। ਤੇ ਬਾਬਾ ਜੀ ਨੇ ਫਿਰ ਇੱਥੇ 40 ਸਾਲ ਦਾ ਸਮਾਂ ਲਾ ਕੇ ਸੁਖਮਨੀ ਦੇ ਪ੍ਰਵਾਹ ਚਲਾਏ, ਪਾਠਾਂ ਦੀ ਮਰਜ਼ਾਦਾ ਚਲਾਈ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਬਣਾਈ, ਕੀਰਤਨ ਚਲਾਇਆ, ਕੀਰਤਨ ਦੀ ਮਰਜ਼ਾਦਾ ਸ਼ੁਰੂ ਕੀਤੀ। ਸਾਰੇ ਕਾਰਜ ਬਾਬਾ ਜੀ ਨੇ ਫਿਰ ਪੂਰੇ ਕੀਤੇ 40 ਸਾਲ ਦੇ ਵਿੱਚ। ਤੇ ਆ ਨਾਮ ਬਾਣੀ ਦੇ ਪ੍ਰਵਾਹ ਚਲਾਏ, ਜਿੰਦੇ ਸਦਕਾ ਅੱਜ ਗੁਰੂ ਨਾਨਕ ਦੇ ਦਰਬਾਰ ਜਦੋਂ ਸੰਗਤ ਜੁੜਦੀ ਏ, ਸੁਖਮਨੀ ਸਾਹਿਬ ਵਿੱਚ ਅੰਮ੍ਰਿਤ ਵਰਸਦਾ। ਜਦੋਂ ਕੀਰਤਨ ਵਿੱਚ ਸੰਗਤ ਜੁੜਦੀ ਏ, ਅੰਮ੍ਰਿਤ ਵਰਸਦਾ ਹੈ। ਜਦੋਂ ਰੋਜ਼ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ, ਅੰਮ੍ਰਿਤ ਵਰਸਦਾ ਹੈ। ਲੰਗਰ ਚੱਲਦੇ ਨੇ ਬਾਬਾ ਜੀ ਦੇ, ਅੰਮ੍ਰਿਤ ਵਰਸ ਰਿਹਾ ਹੈ। ਬਾਬਾ ਜੀ ਆਪ ਸਾਰੇ ਬੈਠੇ ਕਾਰਜ ਕਰ ਰਹੇ ਨੇ। ਤੇ ਇੰਨਾ ਕਿ ਅਸੀਂ ਭਰੋਸਾ ਬਣਾ ਕੇ, ਜਿਵੇਂ ਬਾਬਾ ਆਨੰਦ ਸਿੰਘ ਨੇ 400 ਸਾਲ ਬਾਅਦ ਵੀ ਭਰੋਸੇ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਪ੍ਰਤੱਖ ਪ੍ਰਗਟ ਕਰ ਲਿਆ।
ਫਿਰ ਕੀ ਹੈ? ਬਾਬਾ ਮਾਹ ਨਾਮ ਸਿੰਘ ਜੀ ਗੁਰੂ ਨਾਨਕ ਦਾ ਰੂਪ ਹੋ ਗਏ, ਆਖੋ ਜੀ। ਤੇ ਬਾਬਾ ਨਾਨਕ ਸਿੰਘ ਜੀ ਦੇ ਹਿਰਦੇ 'ਚ ਸਰੂਪ ਵਸ ਗਿਆ। ਗੁਰੂ ਨਾਨਕ ਸਾਹਿਬ ਜੀ ਦਾ, ਬਾਬਾ ਜੀ ਦਾ ਜਿਹੜੀ ਵਸਤੂ ਚਾਹੀਦੀ ਸੀ, ਜਿਹੜੀ ਵਸਤੂ ਮੰਗਦੇ ਸੀ ਬਾਬਾ ਨਾਨਕ ਸਿੰਘ ਜੀ, ਉਹ ਵਸਤੂ ਪ੍ਰਾਪਤ ਹੋਈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ। ਤੇ ਭਾਈ ਜਿੱਥੋਂ ਜਿੱਥੋਂ ਵੀ ਚੱਲ ਕੇ ਆਏ ਜੀ, ਬਾਬਾ ਜੀ ਦਰਗਾਹੀ ਦਾਤਾਂ ਵੰਡਦੇ। ਕਰ ਆਸਾ ਆਇਓ ਪ੍ਰਭ ਮੰਗਣ, ਆਸਾਂ ਕਰਕੇ ਦੂਰੋਂ ਚੱਲ ਕੇ। ਪੜ੍ਹ ਲਓ, ਫਿਰ ਆਪਣਾ ਪਾਠ ਸ਼ੁਰੂ ਹੋਏਗਾ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਜਿਵੇਂ ਆਇਆ ਦੂਰੋਂ ਚੱਲ ਕੇ, ਤੱਕੀ ਤੋ ਸ਼ਰਨਾਏ ਜਿਓ। ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਓ। ਆਸਾ ਰੱਖੀ ਜਿਤ में मेरा सब दुख गवाई जियो। मैं आशा रखी जित में मेरा सब दुख गवाई जियो। ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਓ। जिद में मेरा सब दुख गवाई जियो। मैं आशा रखी जिद में मेरा सब दुख गवाई जियो। ਦੂਰੋਂ ਚੱਲ ਕੇ ਕਿਤੋਂ ਸ਼ਰਨਾਏ ਜਿਓ। ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜਿਓ। आशा रखी दुख गवाई जियो। मैं आशा रखी दुख गवाई जियो। ਹਰ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ